ਮੌਤ ਇੱਕ ਅਟੱਲ ਸੱਚਾਈ ਹੈ ਤੇ ਹਰ ਹਾਲਤ ਵਿੱਚ ਹਰ ਜੀਵ ਤੇ ਹੀ ਨਹੀਂ ਬਲਕਿ ਹਰ ਪਦਾਰਥ ਤੇ ਆਉਂਦੀ ਹੈ। ਦੂਰ ਗਹਿਰਾਈ ਤੱਕ ਦੇਖਿਆ ਜਾਏ ਤਾਂ ਇਹ ਮੌਤ ਹਰ ਪਲ ਵਰਤ ਰਹੀ ਹੈ। ਹਰ ਇਨਸਾਨ ਦੇ ਅੰਦਰ ਹਰ ਛਿਨ ਕਈ ਸੈਲਸ ਬਣ ਰਹੇ ਨੇ, ਕਈ ਮਿਟ ਰਹੇ ਨੇ। ਜੇ ਭਰਮ ਦੀ ਦੁਨੀਆ ਵਿੱਚ ਜਨਮ ਮਰਨ ਨੂੰ ਸੂਤਕ ਪਾਤਕ ਮੰਨ ਲਿਆ ਜਾਏ ਤਾਂ ਕੋਈ ਇਨਸਾਨ ਕਿਸੇ ਵੀ ਪਲ ਇਸ ਤੋਂ ਰਹਿਤ ਨਹੀਂ ਹੋ ਸਕਦਾ। ਲੇਕਿਨ ਮੋਟੇ ਰੂਪ ਵਿੱਚ ਜਿਸ ਨੂੰ ਅਸੀਂ ਮੌਤ ਆਖਦੇ ਹਾਂ, ਉਸ ਦੇ ਸੰਬੰਧ ਵਿੱਚ ਵੀ ਕਿਸੇ ਦੂਸਰੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ। ਹਰ ਇਨਸਾਨ ਦਾ ਨਿੱਜੀ ਤਜਰਬਾ ਦਰਸਾਏਗਾ ਕਿ ਉਸ ਦੇ ਵੇਖਦਿਆਂ ਕਿੰਨੇ ਪ੍ਰਾਣੀ ਇਸ ਸੰਸਾਰ ਤੋਂ ਤੁਰ ਗਏ। ਜੀਵਨ ਦੀ ਲੀਲਾ ਸਮਾਪਤ ਹੋ ਗਈ। ਬਾਬਾ ਫਰੀਦ ਜੀ ਨੇ ਬੜੀ ਪਿਆਰੀ ਪੰਕਤੀ ਲਿਖੀ ਹੈ। ਉਹ ਆਖਦੇ ਨੇ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਮੇਰੀਆਂ ਇਹਨਾਂ ਅੱਖਾਂ ਨਾਲ ਵੇਖਦਿਆਂ ਕਿੰਨੀ ਖਲਕਤ ਇੱਥੋਂ ਤੁਰ ਗਈ, ਮੌਤ ਦੇ ਮੂੰਹ ਵਿੱਚ ਜਾ ਡਿੱਗੀ। ਦੇਖਿਆ ਸਾਡੀਆਂ ਅੱਖਾਂ ਨੇ ਵੀ ਇਹ ਹੈ। ਲੇਕਿਨ ਇਸ ਤੋਂ ਅਗਲੀ ਪੰਕਤੀ ਜੋ ਬਾਬਾ ਫਰੀਦ ਜੀ ਨੇ ਲਿਖੀ ਹੈ, ਉਹ ਸਾਵਧਾਨੀ ਟਾਵੇਂ ਇਨਸਾਨਾਂ ਅੰਦਰ ਆਈ ਹੋਵੇਗੀ ਕਿ ਕੇਤੀ ਖਲਕਤ ਨੂੰ ਜਾਂਦਿਆਂ ਦੇਖ ਕੇ ਉਹਨਾਂ ਨੂੰ ਆਪਣਾ ਖਿਆਲ ਵੀ ਆ ਗਿਆ ਹੋਵੇ ਕਿ ਦੇਰ ਅਬੇਰ ਇੱਕ ਦਿਨ ਮੈਂ ਵੀ ਚਲਿਆ ਜਾਣਾ ਹੈ, ਔਰ ਉਸ ਪਲ ਦਾ ਕੋਈ ਪਤਾ ਨਹੀਂ। ਕਿਸੇ ਵੀ ਵੇਲੇ, ਕਿਸੇ ਵੀ ਬਹਾਨੇ, ਕਿਸੇ ਵੀ ਥਾਂ ਤੇ, ਕਿਸੇ ਵੀ ਰੂਪ ਵਿੱਚ ਇਹ ਮੌਤ ਵਰਤ ਸਕਦੀ ਹੈ। ਬਾਬਾ ਫਰੀਦ ਜੀ ਆਖਦੇ ਨੇ, ਜਦ ਇਹਨਾਂ ਨੇਤਰਾਂ ਨਾਲ ਅਨੇਕਾਂ ਨੂੰ ਜਾਂਦਿਆਂ ਡਿੱਠਾ ਤਾਂ ਮੈਨੂੰ ਆਪਣਾ ਵੀ ਖਿਆਲ ਆ ਗਿਆ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਗੌਤਮ ਬੁੱਧ ਦੇ ਜੀਵਨ ਵਿੱਚ ਜਿਹੜੀ ਵੱਡੀ ਘਟਨਾ ਘਟਦੀ ਹੈ ਉਹ ਇਹੀ ਹੈ। ਜੇ ਬਿਰਧ ਆਦਮੀ ਨੂੰ ਡਿੱਠਾ ਤੇ ਰਥਵਾਨ ਨੂੰ ਪੁੱਛ ਲਿਆ ਹੈ ਕਿ ਝੁਕੀ ਹੋਈ ਕਮਰ ਡੰਗੋਰੀ ਨਾਲ ਤੁਰਦਾ ਹੈ, ਇਹ ਆਦਮੀ ਕੀ ਹੋਇਆ? ਰਥਵਾਨ ਨੇ ਆਖਿਆ, ਹੋਣਾ ਕੀ, ਬੁਢਾਪਾ ਆ ਗਿਆ ਹੈ। ਗੌਤਮ ਬੁੱਧ ਲਈ ਇੰਨੇ ਇੰਤਜ਼ਾਮ ਕੀਤੇ ਗਏ ਸਨ ਕਿ ਉਸ ਦੇ ਬਗੀਚੇ ਵਿੱਚ ਕੋਈ ਮੁਰਝਾਇਆ ਹੋਇਆ ਫੁੱਲ ਵੀ ਉਸਨੇ ਕਦੀ ਨਹੀਂ ਸੀ ਡਿੱਠਾ। ਬੁਢਾਪਾ ਆ ਗਿਆ ਹੈ। ਕੀ ਇਹ ਸਾਰਿਆਂ ਤੇ ਆ ਜਾਂਦਾ ਹੈ? ਰਥਵਾਨ ਦਾ ਜਵਾਬ ਸੀ, ਮਾਲਕ, ਇਹ ਕੁਦਰਤ ਦਾ ਨਿਯਮ ਹੈ। ਜੋ ਜ਼ਿੰਦਾ ਰਹਿਣਗੇ, ਜਵਾਨੀ ਤੋਂ ਬਾਅਦ ਬੁਢਾਪਾ ਤਾਂ ਆਏਗਾ ਹੀ। ਕਹਿੰਦੇ ਨੇ, ਗੌਤਮ ਨੇ ਅਗਲਾ ਸਵਾਲ ਪੁੱਛਿਆ, ਕੀ ਮੇਰੇ ਉੱਪਰ ਵੀ ਬੁਢਾਪਾ ਆ ਜਾਏਗਾ? ਮੈਂ ਆਪਣੀ ਪਈ। ਖਿਆਲ ਇੰਨਾ ਹੀ ਕਰਨ ਦੀ ਜ਼ਰੂਰਤ ਹੈ। ਚੰਨੇ ਆਖਿਆ, ਮਾਲਕ, ਕਿਵੇਂ ਆਖਾਂ? ਪਰ ਕੁਦਰਤ ਦੇ ਰੰਗਾਂ ਨੂੰ ਕੌਣ ਰੋਕ ਸਕਿਆ ਹੈ? ਇਹ ਪ੍ਰਕਿਰਤੀ ਦਾ ਨਿਯਮ ਹੈ, ਅਸੂਲ ਹੈ। ਕਦੀ ਬਚਪਨ ਸੀ, ਕਦੀ ਜਵਾਨੀ ਤੇ ਕਦੀ ਬੁਢਾਪਾ ਵੀ ਆਏਗਾ ਹੀ। ਆਖਦੇ ਨੇ, ਥੋੜੀ ਵਾਟ ਅੱਗੇ ਰਥ ਗਿਆ ਔਰ ਇੱਕ ਹੋਰ ਕ੍ਰਿਸ਼ਮਾ ਵਰਤ ਗਿਆ। 4 ਵਿਅਕਤੀ ਕਿਸੇ ਨੂੰ ਉਠਾ ਕੇ ਫੂੜੀ ਮੋਢਿਆਂ ਤੇ ਰੱਖ ਕੇ
ਸ਼ਮਸ਼ਾਨ ਘਾਟ ਵੱਲ ਲਿਜਾ ਰਹੇ ਸਨ ਤੇ ਰਾਮ ਨਾਮ ਸਤ ਹੈ ਐਸੇ ਬਚਨ ਬੋਲਦੇ ਜਾ ਰਹੇ ਸਨ। ਗੌਤਮ ਨੇ ਫਿਰ ਪੁੱਛਿਆ, ਚੰਨਿਆ ਇਹ ਕੌਣ ਨੇ, ਕੀ ਹੋਇਆ? ਮੈਂ ਲੋਕਾਂ ਦੇ ਚਿਹਰਿਆਂ ਤੇ ਮਾਯੂਸੀ ਦੇਖਦਾ, ਕੁਝ ਅੱਖਾਂ ਵਿੱਚੋਂ ਜਲ ਵਗਦਾ ਹੈ, ਰੋ ਰਹੇ ਨੇ। ਉਸ ਨੇ ਆਖਿਆ, ਮਾਲਕ ਕੋਈ ਮਰ ਗਿਆ ਹੈ, ਕਿਸੇ ਦੇ ਜੀਵਨ ਦੀ ਲੀਲਾ ਸਮਾਪਤ ਹੋ ਗਈ। ਤੇ ਹੁਣ ਇਹ ਕੀ ਕਰਨਗੇ? ਗੌਤਮ ਨੇ ਪੁੱਛਿਆ। ਚੰਨੇ ਆਖਿਆ, ਮਹਾਰਾਜ ਹੁਣ ਇਹ ਸ਼ਮਸ਼ਾਨ ਘਾਟ ਤੇ ਲਿਜਾ ਕੇ ਲੱਕੜਾਂ ਚਿਣ ਚਿਖਾ ਤੇ ਰੱਖ ਅੱਗ ਦੇ ਦੇਣਗੇ, ਇਹ ਸਰੀਰ ਜਲ ਜਾਏਗਾ। ਕੀ ਮੌਤ ਸਹਾਰਿਆਂ ਤੇ ਆ ਜਾਂਦੀ ਏ? ਹੈਰਾਨੀ ਨਾਲ ਗੌਤਮ ਨੇ ਪੁੱਛਿਆ। ਕਥਾ ਹੈ ਕਿ ਚੰਨੇ ਨੇ ਆਖਿਆ, ਹਾਂ ਮਾਲਕ, ਕਿਉਂ ਨਹੀਂ? ਜੋ ਜਨਮਿਆ ਹੈ ਇੱਕ ਦਿਨ ਮਰੇਗਾ। ਕਹਿੰਦੇ ਨੇ ਗੌਤਮ ਬੁੱਧ ਦਾ ਅਗਲਾ ਪ੍ਰਸ਼ਨ ਸੀ, ਕੀ ਮੈਂ ਵੀ ਮਰ ਜਾਵਾਂਗਾ? ਚੰਨੇ ਆਖਿਆ, ਮੈਂ ਆਪ ਦਾ ਚਾਕਰ ਹਾਂ, ਮੇਰੀ ਜ਼ੁਬਾਨ ਇਹ ਕਿਵੇਂ ਆਖੇ, ਪਰ ਝੂਠ ਬੋਲਣ ਦੀ ਵੀ ਮੇਰੀ ਜੁਰਤ ਨਹੀਂ। ਇਹ ਤਾਂ ਇੱਕ ਅਟੱਲ ਸਚਾਈ ਹੈ। ਮੌਤ ਹਰ ਸਰੀਰ ਤੇ ਵਰਤਦੀ ਹੈ, ਤੁਹਾਡੇ ਤੇ ਵੀ ਵਰਤੇਗੀ। ਕਹਿੰਦੇ ਨੇ ਗੌਤਮ ਨੇ ਆਖਿਆ, ਰੱਥ ਵਾਪਸ ਲੈ ਚੱਲ, ਮੈਂ ਮਰ ਹੀ ਗਿਆ। ਇਸ ਤੋਂ ਬਾਅਦ ਉਸ ਦੀ ਪਰਮਾਰਥ ਦੀ ਯਾਤਰਾ ਸ਼ੁਰੂ ਹੁੰਦੀ ਹੈ, ਆਤਮਕ ਅਧਿਐਨ ਦੀ। ਪਰ ਮਨੁੱਖ ਦਾ ਕੈਸਾ ਸੁਭਾਅ ਹੈ, ਇਹ ਮੌਤ ਵੱਲੋਂ ਅੱਖਾਂ ਮੀਟਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਾਲਤ ਉਹੀ ਹੈ ਜੈਸੀ ਇੱਕ ਸ਼ੁਤਰਮੁਰਗ ਦੀ। ਰੇਗਿਸਤਾਨ ਵਿੱਚ ਜਿਸ ਵੇਲੇ ਸ਼ੁਤਰਮੁਰਗ ਕੋਈ ਖਤਰਾ ਮਹਿਸੂਸ ਕਰਦਾ ਹੈ, ਅੱਖਾਂ ਬੰਦ ਕਰ ਚੁੰਝ ਰੇਤ ਵਿੱਚ ਗੱਡ ਦਿੰਦਾ ਹੈ। ਖਤਰਾ ਦਿਖਾਈ ਦਿੰਦਾ ਨਹੀਂ, ਇਹ ਸੋਚਦਾ ਹੈ ਸ਼ਾਇਦ ਖਤਰਾ ਹੈ ਨਹੀਂ, ਔਰ ਮਾਰਿਆ ਜਾਂਦਾ ਹੈ। ਇੱਕ ਮੌਤ ਹੈ ਸਰੀਰ ਦੀ, ਜੋ ਅਟੱਲ ਹੈ, ਜੋ ਜਨਮੈ ਸੋ ਜਾਨੋ ਮੂਆ, ਅਟੱਲ ਹੈ। ਜੋ ਜਨਮੈ ਤਿਸ ਸਰ ਪਰ ਮਰਨਾ, ਅਟੱਲ ਸਚਾਈ ਹੈ। ਔਰ ਮੌਤ ਬੜੀ ਕੀਮਤੀ ਹੈ, ਮੌਤ ਬੁਰੀ ਨਹੀਂ। ਜਿੰਨਾ ਵੱਡਾ ਸੱਚ ਮੌਤ ਦਿਖਾਉਂਦੀ ਏ, ਕੋਈ ਨਹੀਂ ਦਿਖਾ ਸਕਦਾ। ਮੌਤ ਹਰ ਭਰਮ ਦੇ ਪਰਦੇ ਨੂੰ ਤੋੜ ਕੇ ਚਕਨਾਚੂਰ ਕਰ ਦਿੰਦੀ ਹੈ। ਔਰ ਭਰਮ ਸਾਡੇ ਕੀ ਨੇ? ਕੋਈ ਇੱਕ ਤਾਂ ਹੈ ਨਹੀਂ। ਸਭ ਤੋਂ ਪਹਿਲਾ ਭਰਮ, ਇਹ ਸਰੀਰ ਮੇਰਾ ਹੈ, ਮੇਰਾ ਹੀ ਨਹੀਂ, ਮੈਂ ਸਰੀਰ ਹਾਂ। ਇੰਨਾ ਜ਼ਿਆਦਾ ਸਾਡਾ ਗੂੜਾ ਰਿਸ਼ਤਾ ਸਰੀਰ ਨਾਲ ਬਣ ਗਿਆ ਹੈ ਕਿ ਇਸ ਆਤਮਾ ਨੇ ਸਰੀਰ ਨੂੰ ਹੀ ਆਪਣਾ ਰੂਪ ਮੰਨ ਰੱਖਿਆ ਹੈ, ਜੋ ਕਿ ਸੱਚ ਨਹੀਂ। ਮੌਤ ਜਦ ਵਰਤਦੀ ਹੈ, ਸਰੀਰ ਛੱਡਣਾ ਪੈ ਜਾਂਦਾ ਹੈ। ਔਰ ਮਨੁੱਖ ਨੇ ਆਪਣੀ ਹੋਂਦ, ਆਪਣੀ ਹਸਤੀ ਸਰੀਰ ਨੂੰ ਹੀ ਮੰਨ ਰੱਖਿਆ ਸੀ। ਇਸ ਲਈ ਘਬਰਾਹਟ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਬਚਨ ਸਦਾ ਯਾਦ ਰੱਖਣੇ ਚਾਹੀਦੇ ਨੇ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨ ਹੋਇਆ। ਨਾਲ ਆਉਣ ਵਾਲਾ ਸਰੀਰ ਨਾਲ ਜਾਂਦਾ ਨਹੀਂ, ਫਿਰ ਸਰੀਰ ਤੇ ਹੀ ਅਸੀਂ ਰੁਕੇ ਨਹੀਂ। ਚਲੋ ਇੱਕ ਗੱਲ ਮੰਨੀ ਜਾ ਸਕਦੀ ਸੀ ਕਿ ਭੁਲੇਖਾ ਪੈ ਗਿਆ, ਕਿਉਂਕਿ ਜਨਮ ਤੋਂ ਸਰੀਰ ਨਾਲ ਆਇਆ, ਸਰੀਰ ਦੇ ਵਿੱਚ ਰਹੇ ਹਾਂ, ਤਾਂ ਇਹ ਐਸੀ ਰਿਲੇਸ਼ਨਸ਼ਿਪ ਹੈ ਜਿਸ ਨੇ ਭਰਮ ਪੈਦਾ ਕਰ ਦਿੱਤਾ। ਲੇਕਿਨ ਅਸੀਂ ਇੱਥੇ ਰੁਕਦੇ ਤਾਂ ਨਹੀਂ। ਇਹ ਮਹਿਲ ਮਾੜੀਆਂ ਮੇਰੇ ਨੇ,
ਇਹ ਘਰ-ਬਾਰ ਮੇਰਾ ਹੈ, ਇਹ ਦੌਲਤ ਮੇਰੀ ਹੈ, ਇਹ ਪਦਵੀ ਮੇਰੀ ਹੈ, ਇਹ ਪੁੱਤਰ ਧੀਆਂ, ਪਰਿਵਾਰ, ਕੁਟੁੰਬ, ਕਬੀਲਾ, ਦੇਸ਼ ਤੇ ਹੋਰ ਪਤਾ ਨਹੀਂ ਕੀ ਕੁਝ। ਪੂਰਾ ਗੁਰੂ, ਧਰਮਾਤਮਾ, ਪੁਰਸ਼, ਸੰਤ ਜਨ ਹਮੇਸ਼ਾ ਢੰਡੋਰਾ ਦਿੰਦੇ ਰਹਿੰਦੇ ਨੇ ਕਿ ਜਾਗ, ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ। ਤੂੰ ਆਖਦਾ ਹੈ ਧਨ ਮੇਰਾ ਹੈ। ਸੁਣ ਕਬੀਰ ਸਾਹਿਬ ਕੀ ਕਹਿੰਦੇ ਨੇ, ਸੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਕੀ ਨੇ। ਗੁਰਬਾਣੀ ਕੀ ਆਖਦੀ ਏ, ਨਾ ਕੋਊ ਲੈ ਆਇਓ ਇਹੋ ਧਨ, ਨਾ ਕੋਊ ਲੈ ਜਾਤ। ਰਾਵਨ ਹੂੰ ਤੇ ਅਧਿਕ ਛਤਰਪਤ, ਖਿਨ ਮੈਂ ਗਏ ਬਿਲਾਤ। ਕੌਣ ਧਨ ਲੈ ਕੇ ਗਿਆ ਹੈ, ਕੌਣ ਨਾਲ ਲੈ ਕੇ ਆਇਆ ਸੀ। ਇੱਕ ਵੀ ਸਬੂਤ ਨਹੀਂ ਮਿਲਦਾ, ਨਾ ਲਿਆਵਣ ਦਾ ਨਾ ਲੈ ਜਾਣ ਦਾ। ਫਿਰ ਜੋ ਧਨ ਤੇਰੇ ਨਾਲ ਨਿਭੇ ਨਾ, ਉਹ ਤੇਰਾ ਕਿਵੇਂ ਹੋਇਆ। ਤੇਰਾ ਉਹ ਹੈ ਜਿਸ ਨੂੰ ਤੂੰ ਭੋਗੇ। ਤੂੰ ਇਕੱਠਾ ਕਰ ਕਰ ਰੱਖਦਾ ਰਹਿਓ। ਜੋ ਭੋਗੇਗਾ ਉਹ ਤਾਂ ਕਿਸੇ ਹੱਦ ਤੱਕ ਆਖ ਸਕੇਗਾ ਮੈਂ ਮਾਲਕ ਹਾਂ। ਤੂੰ ਤਾਂ ਇਸ ਦੀ ਰਖਵਾਲੀ ਕਰਨ ਵਾਲਾ ਇੱਕ ਪਹਿਰੇਦਾਰ ਹੀ ਹੋ ਨਿਬੜਿਓ। ਦੌਲਤ ਨਾਲ ਨਹੀਂ ਜਾਂਦੀ। ਮਹਿਲ ਮਾੜੀਆਂ ਦੇ ਮਾਲਕਾਂ ਨੂੰ ਵੀ ਸਮਝਾਇਆ ਹੈ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ, ਭਗਤ ਜਨਾਂ ਨੇ, ਕਿ ਇਹ ਕੋਠੇ ਮੰਡਪ ਮਾੜੀਆਂ ਵੀ ਕਿਸੇ ਦੇ ਮਿੱਤਰ ਕਦੀ ਨਹੀਂ ਬਣੇ। ਮਿੱਟੀ ਪਈ ਅਤੋਲਵੀ, ਕੋਏ ਨਾ ਹੋਸੀ ਮਿੱਤ। ਅਣਤੋਲੀ ਮਿੱਟੀ ਪਈ ਹੈ, ਇਹ ਸਾਥੀ ਨਹੀਂ ਬਣੇਗੀ, ਮਿੱਤਰ ਨਹੀਂ ਬਣੇਗੀ। ਪਦਵੀਆਂ ਤੇ ਇਹਨਾਂ ਕੁਰਸੀਆਂ ਤੇ ਜਿਨ੍ਹਾਂ ਦੀ ਖਾਤਰ ਖੂਬ ਝਗੜੇ ਚੱਲਦੇ ਨੇ, ਕੌਣ ਬੈਠਾ ਰਿਹਾ ਹੈ। ਕਈ ਆਏ ਔਰ ਚਲੇ ਗਏ, ਕੁਰਸੀ ਨੂੰ ਕੋਈ ਫਰਕ ਨਹੀਂ ਪਿਆ। ਤੋਂ ਮੌਤ ਤੋਂ ਥੋੜਾ ਜਿਹਾ ਮਨੁੱਖ ਸਬਕ ਲਵੇ ਤਾਂ ਮੌਤ ਅਟੱਲ ਸਚਾਈ ਜਿੱਥੇ ਆਪ ਵਰਤਦੀ ਹੈ, ਉੱਥੇ ਕੁਦਰਤ ਦੀਆਂ ਅਟੱਲ ਸਚਾਈਆਂ ਨੂੰ ਦਿਖਾਉਂਦੀ ਵੀ ਹੈ। ਪੂਰਾ ਗੁਰੂ, ਭਗਤ ਜਨ ਇਹ ਸੱਤ ਦਿਖਾਉਂਦੇ ਨੇ ਤੈਨੂੰ ਜ਼ਿੰਦਾ ਜੀ ਹੋਣ ਤੇ, ਕਿ ਦੇਖ ਔਰ ਸਮਝ ਤੇ ਕੁਝ ਉਦਮ ਕਰ ਲੈ। ਆਗੇ ਕੋ ਕਿਛ ਤੁਲਹਾ ਬੰਦ ਹੋ, ਕਿਆ ਪ੍ਰਵਾਸਾ ਤਨ ਕਾ। ਇਸ ਧਨ ਦਾ ਤੇ ਤਨ ਦਾ ਕੀ ਭਰੋਸਾ ਹੈ। ਕਿਆ ਪ੍ਰਵਾਸਾ ਤਨ ਕਾ। ਇਹ ਧਨ ਕਿਸੇ ਦੇ ਨਾਲ ਗਿਆ ਹੈ, ਕੋਈ ਬੇੜਾ ਬੰਨ ਜੋ ਤੈਨੂੰ ਪਾਰ ਉਤਾਰ ਸਕੇ, ਤੇਰੇ ਨਾਲ ਨਿਭੇ। ਕੋਈ ਨੇਕੀ ਕਰ, ਕੋਈ ਬੰਦਗੀ ਕਰ, ਮਾਲਕ ਦੀ ਯਾਦ ਵਿੱਚ ਜੁੜ। ਮੌਤ ਸੱਚ ਹੈ, ਅਟੱਲ ਹੈ ਔਰ ਅਟੱਲ ਸਚਾਈਆਂ ਦਿਖਾਉਣ ਦੇ ਸਮਰੱਥ ਹੈ। ਡਰਦਾ ਮਨੁੱਖ ਇਸ ਲਈ ਹੈ, ਇਸ ਨੇ ਭਰਮ ਪਾਲ ਰੱਖੇ ਨੇ ਕਿ ਇਹ ਸਭ ਕੁਝ ਮੇਰਾ ਹੈ। ਇਸ ਮੈਂ ਵਿੱਚ ਫਸਿਆ ਹੋਇਆ ਅਨੇਕ ਪ੍ਰਕਾਰ ਦੇ ਝਗੜੇ ਕਰਦਾ ਹੈ। ਕਿਸੇ ਦਾ ਖਿਆਲ ਪਸੰਦ ਨਹੀਂ ਆਇਆ ਤਾਂ ਝਗੜਾ, ਕਿਸੇ ਦੀ ਕੋਈ ਗੱਲਬਾਤ ਕੰਮ ਪਸੰਦ ਨਾ ਆਇਆ ਤਾਂ ਝਗੜਾ, ਕੋਈ ਅੱਗੇ ਵੱਧ ਗਿਆ ਤੇ ਉਸ ਦੀਆਂ ਲੱਤਾਂ ਖਿੱਚਣੀਆਂ। ਮਨੁੱਖ ਸਮਝਦਾ ਹੈ ਇਹ ਚੀਜ਼ਾਂ ਮੇਰੀਆਂ ਨੇ ਤੇ ਮੌਤ ਨੇ ਇਹ ਮੇਰੀਆਂ ਰਹਿਣ ਨਹੀਂ ਦੇਣੀਆਂ। ਕਬੀਰ ਸਾਹਿਬ ਕਹਿੰਦੇ ਨੇ ਇੱਕ ਜੁਗਤ ਹੋਰ ਹੈ ਜਿਸ ਦੇ ਅਪਣਾਇਆ ਹੋਇਆਂ ਮੌਤ ਦਾ ਡਰ ਵਿਆਪਦਾ ਨਹੀਂ, ਬਿਨਸ ਜਾਂਦਾ ਹੈ। ਭਗਤ ਮੌਤ ਤੋਂ ਕਿਉਂ ਨਹੀਂ ਡਰਦਾ।
ਜਿਹੜੇ ਭਰਮ ਮੌਤ ਨੇ ਤੋੜਨੇ ਹਨ ਉਹ ਉਸਨੇ ਪਹਿਲੇ ਜਾਗ ਕੇ ਤੋੜ ਲਏ ਨੇ। ਉਹ ਸੰਸਾਰ ਦੇ ਉਹਨਾਂ ਸੁਪਨਿਆਂ ਤੋਂ ਮੁਕਤ ਹੋ ਗਿਆ ਹੈ ਜਿਨ੍ਹਾਂ ਸੁਪਨਿਆਂ ਵਿੱਚ ਅਸੀਂ ਭੁੱਲੇ ਪਏ ਹਾਂ। ਉਸਨੇ ਜਿਉਂਦਿਆਂ ਮਰਨ ਦੀ ਜਾਂਚ ਸਿੱਖ ਲਈ ਹੈ। ਮੌਤ ਨੇ ਤਨ ਤੋਂ ਅਲੱਗ ਕਰਨਾ ਸੀ, ਉਹ ਪਹਿਲੇ ਹੋ ਗਿਆ ਹੈ। ਪਹਿਲੇ ਅਲੱਗ ਹੋਣ ਤੋਂ ਮਤਲਬ ਇਹ ਨਹੀਂ ਕਿ ਉਹ ਤਨ ਨੂੰ ਹੱਥ ਨਹੀਂ ਲਾਉਂਦਾ, ਕਿ ਕਮਾਉਂਦਾ ਨਹੀਂ, ਕਿ ਛੱਡ ਕੇ ਦੌੜ ਜਾਂਦਾ ਹੈ। ਐਸਾ ਬਿਲਕੁਲ ਨਹੀਂ। ਲੇਕਿਨ ਉਸ ਨੂੰ ਸਮਝ ਹੈ ਕਿ ਦੌਲਤ ਗੁਜ਼ਰਾਨ ਹੈ। ਜਿੰਨੀ ਦੇਰ ਜੀਵਨ ਚੱਲਦਾ ਹੈ ਕਮਾਉਣੀ ਵੀ ਹੈ, ਖਰਚਣੀ ਵੀ ਹੈ, ਲੇਕਿਨ ਇੱਕ ਗੱਲ ਦਾ ਖਿਆਲ ਰੱਖ ਕੇ ਕਿ ਇਹ ਦੌਲਤ ਦੀ ਕਮਾਈ ਕਿਧਰੇ ਜ਼ਿੰਦਗੀ ਦੀ ਗੰਵਾਈ ਨਾ ਬਣ ਜਾਏ। ਸਵਾਸਾਂ ਨੂੰ ਪਾਪਾਂ ਨਾਲ ਨਾ ਭਰ ਦੇਵੇ। ਕਮਾਉਣੀ ਹੈ ਨੇਕ ਕਿਰਤ ਕਰਕੇ, ਉਦਮ ਕਰਕੇ। ਇੱਕ ਪਾਈ ਖਰਚਣ ਵੇਲੇ ਵੀ ਮਨੁੱਖ ਸਾਵਧਾਨ ਹੋ ਜਾਂਦਾ ਹੈ, ਕਿਧਰੇ ਇਹ ਕਿਸੇ ਗੁਨਾਹ ਦਾ ਕਾਰਨ ਤਾਂ ਨਹੀਂ ਬਣ ਰਹੀ। ਇਹ ਪਰਉਪਕਾਰ ਲਈ ਖਰਚ ਰਿਹਾ ਹਾਂ, ਰੱਬ ਦੇ ਰਾਹ ਤੇ ਹੈ। ਉਹ ਸਾਵਧਾਨ ਹੋ ਜਾਂਦਾ ਹੈ ਕਿ ਪਾਪ ਦਾ ਕਾਰਨ ਨਾ ਬਣੇ। ਮੇਰੀ ਤਾਂ ਨਹੀਂ, ਨਾਲ ਬਿਲਕੁਲ ਨਹੀਂ ਨਿਭੇਗੀ। ਭਗਤ ਨੂੰ ਇਸ ਗੱਲ ਦਾ ਪਤਾ ਹੈ। ਰਹੀ ਗੱਲ ਕੁਟੁੰਬ ਕਬੀਲੇ ਦੀ, ਜਾਣਦਾ ਹੈ ਕਾ ਕੀ ਮਾਈ ਕਾ ਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾਖ। ਨਿਰੰਕਾਰ ਦੇ ਰਸਤੇ ਤੋਂ ਸੰਸਾਰ ਦਾ ਕੋਈ ਰਿਸ਼ਤਾ ਅਗਰ ਤੋੜਨ ਦਾ ਕਾਰਨ ਬਣੇ ਤਾਂ ਭਗਤ ਉਸ ਰਿਸ਼ਤੇ ਨੂੰ ਤੋੜ ਦੇਗਾ, ਰਸਤੇ ਨੂੰ ਨਹੀਂ ਛੱਡੇਗਾ। ਐਸਾ ਵਰਤਿਆ। ਭਗਤ ਨਾਮਦੇਵ ਜੀ ਨੂੰ ਜਿਸ ਵੇਲੇ ਹਕੂਮਤ ਨੇ ਬੜਾ ਸਤਾਇਆ, ਕਦੀ ਮਾਰ ਕੇ ਗਊ ਰੱਖ ਦਿੱਤੀ ਜ਼ਿੰਦਾ ਕਰ, ਕਦੀ ਕੁਝ, ਤੇ ਆਖਣ ਇਹ ਮਨੁੱਖ ਦੀ ਮੂੜਤਾ ਦੀ ਵੀ ਕੋਈ ਹੱਦ ਨਹੀਂ। ਰਾਮ ਕਹਿਣਾ ਛੱਡ, ਖੁਦਾ ਕਹਿ। ਹਾਲਾਂਕਿ ਦੋਨੋਂ ਨਾਮ ਉਸ ਇੱਕੋ ਸ਼ਕਤੀ ਦੇ ਹਨ। ਉਹੀ ਰਾਮ ਹੈ, ਉਹੀ ਖੁਦਾ ਹੈ, ਭਾਸ਼ਾਵਾਂ ਦਾ ਅੰਤਰ ਹੈ। ਕਹਿੰਦੇ ਨੇ ਨਾਮਦੇਵ ਦੀ ਮਾਤਾ ਵੀ ਉੱਥੇ ਪਹੁੰਚ ਗਈ ਜਿੱਥੇ ਨਾਮਦੇਵ ਜੀ ਦੇ ਅੱਗੇ ਇਹ ਸ਼ਰਤਾਂ ਰੱਖੀਆਂ ਜਾ ਰਹੀਆਂ ਸਨ। ਮਾਂ ਦੇ ਪੇਟ ਤੋਂ ਸਰੀਰ ਦਾ ਜਨਮ ਹੋਇਆ ਹੈ, ਮਾਂ ਦੀ ਮਮਤਾ ਹੈ। ਉਸਨੇ ਆਖਿਆ, ਪੁੱਤਰ ਮੈਂ ਬਹੁਤ ਵਾਰੀ ਡਿੱਠਾ, ਤੂੰ ਆਪਣੀ ਮੌਜ ਵਿੱਚ ਤਾਂ ਕਈ ਵਾਰੀ ਖੁਦਾ ਸ਼ਬਦ ਵੀ ਇਸਤੇਮਾਲ ਕਰ ਲੈਂਦਾ, ਪਰ ਅੱਜ ਕਿਉਂ ਜ਼ਿੱਦ ਤੇ ਅੜ ਗਏ ਹੋ? ਨਾਮਦੇਵ ਜੀ ਆਖਣ ਲੱਗੇ, ਮਾਂ ਸਵਾਲ ਨਾਮ ਦਾ ਨਹੀਂ, ਸਵਾਲ ਗੈਰਤ ਦਾ ਵੀ ਹੈ, ਜ਼ਮੀਰ ਦਾ ਵੀ ਹੈ। ਮੈਂ ਜਾਣਦਾ ਹਾਂ ਦੋਵੇਂ ਨਾਮ ਉਸ ਦੇ ਨੇ। ਜਦ ਦੋਵੇਂ ਨੇ, ਮੈਂ ਇੱਕ ਨੂੰ ਕਿਉਂ ਛੱਡਾਂ ਤੇ ਦੂਜੇ ਨੂੰ ਅਪਣਾਵਾਂ? ਮੇਰੇ ਲਈ ਦੋਵੇਂ ਬਰਾਬਰ ਨੇ। ਮੈਂ ਆਪਣੀ ਮਸਤੀ ਵਿੱਚ ਉਸ ਨੂੰ ਰਮਿਆ ਦੇਖਦਾ ਹਾਂ, ਰਾਮ ਆਖਦਾ ਹਾਂ। ਨੁਕਸਾਨ ਕੀ ਹੈ? ਸਰੀਰ ਬਚਾਉਣ ਦੀ ਖਾਤਰ ਅਕੀਦੇ ਤੋਂ ਡੋਲ ਜਾਵਾਂ, ਮੇਰੇ ਪਾਸੋਂ ਹੋ ਨਾ ਸਕੇਗਾ। ਗੁਰਬਾਣੀ ਅੰਦਰ ਵੀ ਜ਼ਿਕਰ ਆਇਆ ਹੈ। ਨਾਮਦੇਵ ਦੀ ਮਾਤਾ ਆਖਣ ਲੱਗੀ, ਨਹੀਂ ਮੇਰੀ ਗੱਲ ਮੰਨ, ਸਰੀਰ ਬਚਾ ਲੈ ਤੇ ਇਹਨਾਂ ਦੀ ਗੱਲ ਤਸਲੀਮ ਕਰ ਲੈ। ਜਿਸ ਵੇਲੇ ਰੱਬ ਦੇ ਰਸਤੇ ਵਿੱਚ ਰਿਸ਼ਤਾ ਰੁਕਾਵਟ ਬਣਨ ਲੱਗਾ, ਉਸ ਵੇਲੇ ਭਗਤ ਨਾਮਦੇਵ ਜੀ ਨੇ ਵੀ ਆਖ ਦਿੱਤਾ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਸਰੀਰ ਲੱਗ ਜਾਏ ਬੇਸ਼ੱਕ, ਮੈਂ ਰਸਤਾ ਨਹੀਂ ਛੱਡਾਂਗਾ। ਇਹ ਰਿਸ਼ਤੇ ਸਰੀਰ ਨਾਲ ਸੰਬੰਧਿਤ ਨੇ। ਅਗਰ ਇਸ ਰਸਤੇ ਤੋਂ ਤੋੜਨ ਲਈ ਮਾਂ ਦਾ ਰਿਸ਼ਤਾ ਵੀ ਆਇਆ,
ਉਸ ਨੂੰ ਵੀ ਇਨਕਾਰ ਕਰ ਦਿੱਤਾ, ਤੂੰ ਮਾਂ ਨਹੀਂ। ਦੁਨੀਆ ਦੇ ਇਹ ਰਿਸ਼ਤੇ ਵੀ ਸੰਸਾਰ ਤੱਕ ਔਰ ਸਰੀਰ ਤੱਕ ਸੀਮਤ ਨੇ। ਜਿਉਂਦਿਆਂ ਮਰਨ ਦੀ ਜਾਚ ਜਿਨ੍ਹਾਂ ਨੂੰ ਆ ਗਈ, ਹਉਮੈ ਮਿਟਾ ਦਿੱਤੀ, ਉਹਨਾਂ ਨੇ ਮੋਹ ਮਮਤਾ ਵੀ ਤਿਆਗ ਦਿੱਤੀ। ਵਿਚਰਦੇ ਇਸੇ ਸੰਸਾਰ ਵਿੱਚ ਨੇ, ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਂਦੇ ਹਨ, ਕਮਾਉਂਦੇ ਨੇ, ਖਾਂਦੇ ਨੇ, ਭੋਗਦੇ ਨੇ, ਲੇਕਿਨ ਪਤਾ ਹੈ ਇਹ ਇੱਕ ਸਫ਼ਰ ਹੈ, ਯਾਤਰਾ ਹੈ। ਇਹ ਮੁਸਾਫਰ ਯਾਤਰਾ ਦੇ ਸਾਥੀ ਨੇ। ਆਪਣੇ ਆਪਣੇ ਸਟੇਸ਼ਨ 'ਤੇ ਹਰ ਇੱਕ ਨੇ ਉਤਰ ਜਾਣਾ ਹੈ, ਕੋਈ ਕਿਸੇ ਦੇ ਨਾਲ ਨਹੀਂ ਜਾਂਦਾ। ਇਸ ਲਈ ਭਗਤ ਕਿਸੇ ਦੇ ਆੜੇ ਨਹੀਂ ਆਉਂਦਾ। ਮਹਾਵੀਰ ਜੀ ਦੇ ਸੰਬੰਧ ਵਿੱਚ ਕਥਾ ਹੈ, ਬਾਪ ਦੀ ਮੌਤ ਹੋ ਗਈ। ਧਿਆਨ ਸੀ ਅੰਦਰਲੀ ਅਵਸਥਾ ਵਿੱਚ ਪਹੁੰਚ ਕੇ ਆਨੰਦ ਤੱਕ ਜਾਣ ਦਾ। ਆਖਣ ਲੱਗੇ, ਮੇਰਾ ਦਿਲ ਕਰਦਾ ਹੈ ਮੈਂ ਘਰ ਛੱਡ ਜਾਵਾਂ। ਮਾਂ ਨੇ ਆਖਿਆ, ਨਾਮ ਲੈਣਾ ਨਾ ਮੁੜ ਕੇ ਮੇਰੇ ਸਾਹਮਣੇ। ਬਾਪ ਦੁਨੀਆ ਤੋਂ ਤੁਰ ਗਿਆ ਹੈ, ਬਿਪਤਾ ਦੇ ਪਹਾੜ ਟੁੱਟ ਪਏ ਨੇ। ਮੇਰੇ ਜ਼ਿੰਦਾ ਜੀ ਮੁੜ ਕੇ ਇਹ ਗੱਲ ਨਹੀਂ ਕਰਨੀ। ਆਖਦੇ ਨੇ ਮਹਾਵੀਰ ਨੇ ਕੋਈ ਦੁਬਾਰਾ ਗੱਲ ਹੀ ਨਾ ਕੀਤੀ, ਲੇਕਿਨ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਆਪਾ ਮਾਰ ਲਿਆ ਹੋਵੇ। ਫਿਰ ਮਾਂ ਵੀ ਤੁਰ ਗਈ ਦੁਨੀਆ ਤੋਂ। ਵੱਡੇ ਭਰਾ ਨੂੰ ਆਖਣ ਲੱਗੇ, ਹੁਣ ਤੁਸੀਂ ਇਜਾਜ਼ਤ ਦੇ ਦੇਵੋ। ਉਸਨੇ ਆਖਿਆ, ਕੁਝ ਲੱਜਾ ਕਰ। ਮਾਂ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ ਹੈ ਔਰ ਤੂੰ ਵੀ ਸਾਥ ਛੱਡਣਾ ਚਾਹੁੰਦਾ ਹੈ। ਬਿਲਕੁਲ ਨਹੀਂ, ਦੁਬਾਰਾ ਗੱਲ ਵੀ ਨਾ ਕਰੀ। ਮਹਾਵੀਰ ਨੇ ਆਪਣੇ ਜੀਵਨ ਨੂੰ ਇਸ ਢੰਗ ਦਾ ਬਣਾ ਲਿਆ, ਕਿਸੇ ਗੱਲ ਵਿੱਚ ਕੋਈ ਦਖਲ ਹੀ ਨਹੀਂ। ਜੋ ਪਰਿਵਾਰ ਦੇ ਜੀਆਂ ਦੀ ਜੋ ਮਰਜ਼ੀ ਹੈ ਉਹ ਕਰ ਰਹੇ ਨੇ। ਇਹ ਆਪਣੀ ਮਸਤੀ ਵਿੱਚ ਆਪਣੇ ਜੀਵਨ ਦੀ ਜ਼ਿੰਮੇਵਾਰੀ ਲਈ ਸੁਚੇਤ ਹੋ ਗਏ। ਆਖਰ ਘਰ ਦੇ ਜੀਆਂ ਨੂੰ ਵੀ ਇੰਜ ਪ੍ਰਤੀਤ ਹੋਣ ਲੱਗਾ ਜਿਵੇਂ ਮਹਾਵੀਰ ਘਰ ਵਿੱਚ ਰਹਿ ਕੇ ਵੀ ਘਰ ਦਾ ਹਿੱਸਾ ਨਹੀਂ। ਤਾਂ ਕਿਧਰੇ ਜਾ ਕੇ ਭਰਾ ਨੇ ਆਖਿਆ, ਜਾ ਸਕਦੇ ਹੋ ਕਿਉਂਕਿ ਤੁਸੀਂ ਜਾ ਹੀ ਚੁੱਕੇ। ਔਰ ਮੈਂ ਆਖਣਾ, ਮਹਾਵੀਰ ਘਰ ਛੱਡ ਕੇ ਨਾ ਵੀ ਜਾਂਦੇ, ਉਹ ਤਾਂ ਵੀ ਗਿਆਨ ਨੂੰ ਪ੍ਰਾਪਤ ਕਰ ਲੈਂਦੇ। ਜਿਉਂਦਿਆਂ ਮਰਨ ਦੀ ਜਾਚ ਆ ਗਈ। ਹਜ਼ਰਤ ਸੁਲਤਾਨ ਬਾਹੂ ਨੇ ਆਖਿਆ, ਜੇ ਅਸਲੀ ਜ਼ਿੰਦਗੀ ਦੇ ਮਤਲਬ ਨੂੰ ਪਾਉਣਾ ਹੈ, ਜਿਉਂਦਿਆਂ ਮਰਨ ਦੀ ਜਾਚ ਸਿੱਖੋ, ਅਹੰਕਾਰ ਛੱਡੋ। ਮੈਂ ਤਾਂ ਇਹੀ ਕੀਤਾ ਹੈ। ਮੈਨੂੰ ਮੇਰੇ ਮੁਰਸ਼ਿਦ ਨੇ ਇਹੀ ਮੱਤ ਦਿੱਤੀ ਸੀ। ਸੁਲਤਾਨ ਬਾਹੂ ਕਹਿੰਦੇ ਨੇ, ਜੋ ਦਮ ਗਾਫਲ ਸੋ ਦਮ ਕਾਫਰ, ਸਾਨੂੰ ਮੁਰਸ਼ਿਦ ਇਹ ਪੜ੍ਹਾਇਆ ਹੂ। ਸੁਣਿਆ ਸੁਖਨ ਬਚਨ, ਸੁਣਿਆ ਮੁਰਸ਼ਿਦ ਦਾ ਉਪਦੇਸ਼ ਸੁਣਿਆ। ਸੁਣਿਆ ਸੁਖਨ ਗਈਆਂ ਖੁੱਲ ਅੱਖੀਂ, ਅਸਾਂ ਚਿੱਤ ਮੌਲਾ ਵੱਲ ਲਾਇਆ ਹੂ। ਕੀਤੀ ਜਾਨ ਹਵਾਲੇ ਰੱਬ ਦੇ, ਐਸਾ ਇਸ਼ਕ ਕਮਾਇਆ ਹੂ। ਮਰਨ ਥੀ ਮਰ ਗਏ ਅੱਗੇ ਬਾਹੂ, ਤਾਂ ਮਤਲਬ ਨੂੰ ਪਾਇਆ ਹੂ। ਸਵਾਲ ਇੰਨਾ ਹੀ ਹੈ। ਸਰੀਰਕ ਤੌਰ ਤੇ ਤਾਂ ਕਿਤਨੇ ਲੋਕ ਦਿਨ ਵਿੱਚ ਮਰਦੇ ਨੇ, ਕਿਤਨੇ ਜੰਮਦੇ ਨੇ। ਐਵਰੇਜ ਜੋ ਕੱਢੀ ਗਈ ਹੈ ਉਹ ਆંકੜੇ ਇਉਂ ਨੇ ਕਿ ਪਰ ਡੇ 3,58,522 ਬੱਚਿਆਂ ਦਾ ਜਨਮ ਹੁੰਦਾ ਹੈ ਤੇ ਇੱਕ ਦਿਨ ਵਿੱਚ ਐਵਰੇਜ 1,55,012 ਲੋਕ ਮਰਦੇ ਨੇ। 2,03,510 ਦਾ ਵਾਧਾ ਇੱਕ ਦਿਨ ਦਾ ਹੋ ਰਿਹਾ ਹੈ। ਪਰ ਫਿਰ ਵੀ ਸਾਡਾ ਅੱਜ ਦਾ ਪ੍ਰਕਰਣ ਇਹ ਹੈ, ਜੋ ਜੰਮਿਆ ਹੈ ਉਹ ਮਰੇਗਾ। ਔਰ ਮੌਤ ਤੋਂ ਡਰ ਕੇਵਲ ਇਸ ਲਈ ਹੈ ਕਿ ਅਸੀਂ ਸੁਪਨੇ ਦੇ ਪਦਾਰਥਾਂ ਨੂੰ ਸੱਚ ਮੰਨ ਬੈਠੇ ਹਾਂ। ਭਗਤ ਨੇ ਜਾਣ ਲਿਆ ਹੈ।
ਕਬੀਰ ਜੀ ਨੇ ਇੱਕ ਐਲਾਨ ਕੀਤਾ ਹੈ। ਉਹ ਕਹਿੰਦੇ ਨੇ, ਸੁਣੀ ਸੁਣਾਈ ਗੱਲ ਨਹੀਂ, ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੰਧੇ ਤੇ ਮੋਢੇ ਤੇ ਢੋਲ ਰੱਖ ਕੇ ਡਗਾ ਮਾਰ ਕੇ ਮੈਂ ਜਗਤ ਘੁੰਮਿਆ। ਬੜੀ ਪੜਚੋਲ ਕੀਤੀ ਐਲਾਨ ਕਰ ਕਰਕੇ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਨਤੀਜਾ ਕੀ ਸੀ? ਮੈਂ ਤਾਂ ਢੰਡੋਰਾ ਦੇ ਦੇ ਪੁੱਛਿਆ, ਕੋਈ ਬਣ ਸਕਦਾ ਮੇਰਾ ਕਿਸੇ ਦਾ? ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਨਤੀਜਾ ਇਹ ਸੀ, ਕੋਈ ਕਿਸੇ ਦਾ ਨਹੀਂ। ਲੱਖ ਪਰਖ ਕਰਕੇ ਮੈਂ ਦੇਖ ਲਈ। ਲੋਕ ਮੌਤ ਤੋਂ ਡਰਦੇ ਨੇ, ਮੈਂ ਜਿਉਂਦਿਆਂ ਮਰਨ ਦੀ ਜਾਚ ਸਿੱਖ ਲਈਏ ਤੇ ਇੱਕ ਆਨੰਦ ਮਿਲਿਆ ਹੈ। ਹੁਣ ਤਾਂ ਜਦ ਸਰੀਰ ਵੀ ਤਿਆਗਾਂਗਾ ਤਾਂ ਸਿਰਜਣਹਾਰ ਵਿੱਚ ਲੀਨ ਹੋ ਜਾਏਗੀ ਇਹ ਰੂਹ। ਡਰ ਕੈਸਾ? ਇਸ ਪਿੰਜਰੇ ਨੂੰ ਵੀ ਛੱਡ ਜਾਏਗੀ। ਮੇਰੇ ਮਨ ਵਿੱਚ ਤਾਂ ਮਰ ਕੇ ਆਨੰਦ ਆਇਆ ਹੈ। ਜੀਵਤ ਮੌਤ ਜਾਣ ਲਈ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਨੁੱਖ ਨੇ ਰਿਸ਼ਤੇਦਾਰ, ਸੱਜਣ ਮਿੱਤਰ, ਪਦਾਰਥ, ਦੌਲਤ, ਇਹਨਾਂ ਤੋਂ ਸੁੱਖਾਂ ਦੀ ਆਸ ਰੱਖੀ। ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ, ਮੌਤ ਤੋਂ ਡਰਦਾ ਹੈ। ਪਰ ਮੋਹ ਦੇ ਤਿਆਗ ਦੀ ਮੌਤ ਮੈਂ ਜਾਣ ਲਈ, ਮੈਂ ਮਿਟਾ ਦਿੱਤੀ। ਉਸ ਨਾਲ ਮੇਰੇ ਮਨ ਵਿੱਚ ਇੱਕ ਆਨੰਦ ਬਣ ਗਿਆ। ਦੁਨੀਆ ਦੇ ਮੋਹ ਵੱਲੋਂ ਮਰਿਆ ਹੀ ਪਰਮਾਤਮਾ ਮਿਲਦਾ ਹੈ, ਇਤਨਾ ਯਾਦ ਰੱਖਣਾ, ਜੋ ਕਿ ਮੁਕੰਮਲ ਤੌਰ ਤੇ ਪਰਮ ਆਨੰਦ ਹੈ, ਆਨੰਦ ਸਵਰੂਪ ਹੈ। 23ਵੇਂ ਸ਼ਲੋਕ ਵਿੱਚ ਕਬੀਰ ਸਾਹਿਬ ਫਰਮਾਉਂਦੇ ਹਨ, ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਰਾਮ ਪਦਾਰਥ ਪਹਿਲੀ ਤੇ ਗੱਲ ਹੈ, ਪ੍ਰਾਪਤ ਹੀ ਬਹੁਤ ਘੱਟ ਲੋਕ ਕਰਦੇ ਹਨ। ਦੁਨੀਆ ਦੇ ਪਦਾਰਥ ਹਾਸਲ ਕਰਨ ਲਈ ਤਾਂ ਦੌੜ ਭੱਜ ਬਹੁਤ ਹੈ, ਲੇਕਿਨ ਰਾਮ ਪਦਾਰਥ ਪਾਉਣ ਲਈ ਪਹਿਲੀ ਗੱਲ ਹੈ, ਕਿਸੇ ਦੌੜ ਭੱਜ ਦੀ ਜ਼ਰੂਰਤ ਹੀ ਨਹੀਂ ਪੈਂਦੀ। ਦੌੜਨਾ ਭੱਜਣਾ ਨਹੀਂ, ਟਿਕਣਾ ਹੈ। ਉਹ ਰਮਿਆ ਹੋਇਆ ਹੈ। ਮਹਿਸੂਸ ਕਰਨ ਲਈ ਸੁਰਤ ਨੂੰ ਟਿਕਾਉਣ ਦੀ ਜ਼ਰੂਰਤ ਹੈ। ਖੁਸ਼ਕਿਸਮਤ ਹੋਵੇਂਗਾ ਜੇ ਤੈਨੂੰ ਰਾਮ ਪਦਾਰਥ ਮਿਲ ਜਾਏ। ਬੜਾ ਅਮੋਲਕ ਹੈ। ਇਸ ਨਾਮ ਪਦਾਰਥ ਬੰਦਗੀ ਦੇ ਸੰਬੰਧ ਵਿੱਚ ਕਬੀਰ ਜੀ ਦੇ ਇਸ ਸ਼ਲੋਕ ਨੂੰ ਮੁੱਖ ਰੱਖਦਿਆਂ ਹੋਇਆਂ, ਕਿਉਂਕਿ ਕਬੀਰ ਜੀ ਕਹਿੰਦੇ ਨੇ, ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨ ਖੋਲ। ਦੋ ਤਰ੍ਹਾਂ ਦੇ ਵਿਚਾਰ ਆਏ ਨੇ। ਇੱਕ ਬੜਾ ਪ੍ਰਸਿੱਧ ਵਿਚਾਰ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਕੋਈ ਖਤਰਾ ਹੀ ਨਹੀਂ। ਗੁਰੂ ਦੇ ਬਚਨ ਵਿੱਚ ਬੰਦਗੀ ਦਾ ਵਿਚਾਰ ਹੈ, ਉਪਦੇਸ਼ ਹੈ। ਬੰਦਗੀ ਨੂੰ ਕੋਈ ਖਤਰਾ ਨਹੀਂ। ਇਹੋ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਲੇਕਿਨ ਕੀ ਕਾਰਨ ਹੈ ਕਿ ਜੇ ਖਤਰਾ ਕੋਈ ਨਹੀਂ ਤਾਂ ਕਬੀਰ ਸਾਹਿਬ ਕਹਿੰਦੇ ਨੇ, ਜੇ ਪ੍ਰਾਪਤ ਕਰ ਲਿਆ, ਦੇਖੀ ਗੰਠ ਬੰਨ ਕੇ ਰੱਖ ਲਈ, ਖੋਲੀ ਨਾ। ਜ਼ਰੂਰ ਕੋਈ ਖਤਰਾ ਹੋਵੇਗਾ। ਇਸ ਪੱਖ ਤੋਂ ਥੋੜਾ ਸਮਝਣ ਦੀ ਜ਼ਰੂਰਤ ਹੈ। ਜਿੰਨੀ ਕੀਮਤੀ ਵਸਤੂ ਹੋਵੇ,
ਓਨੀ ਵਧੇਰੇ ਸੰਭਾਲ ਦੀ ਜ਼ਰੂਰਤ ਹੁੰਦੀ ਹੈ। ਕੋਈ ਮੂੰਗਫਲੀ ਦੀਆਂ ਬੋਰੀਆਂ ਭਰ ਕੇ ਭਾਵੇਂ ਗੋਦਾਮ ਵਿੱਚ ਰੱਖ ਕੇ ਬੈਠਾ ਹੋਵੇ ਤੇ ਵੇਚ ਰਿਹਾ ਹੋਵੇ, ਉਸ ਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਕਿ ਗੋਦਾਮ ਦੇ ਦਰਵਾਜ਼ੇ 'ਤੇ ਪਹਿਰੇਦਾਰ ਗਨ ਲੈ ਕੇ ਖੜੋਤਾ ਹੋਵੇ, ਕਿ CCTV ਕੈਮਰੇ ਲੱਗੇ ਹੋਣ। ਖਤਰਾ ਕੋਈ ਨਹੀਂ। ਪਰ ਹੀਰਿਆਂ ਦੀ ਦੁਕਾਨ ਖੋਲ੍ਹਣ ਵਾਲਾ ਇਨਸਾਨ ਬੜਾ ਧਿਆਨ ਰੱਖਦਾ ਹੈ। ਇੱਕ ਇੱਕ ਹੀਰੇ ਨੂੰ, ਕੀਮਤੀ ਹੀਰੇ ਨੂੰ ਕੀਮਤੀ ਬਾਕਸ ਵਿੱਚ ਰੱਖ ਕੇ ਸਜਾਉਂਦਾ ਬੇਸ਼ੱਕ ਹੈ ਕਿ ਸ਼ੀਸ਼ੇ ਵਿੱਚੋਂ ਦਿਸੇ ਵੀ, ਲੇਕਿਨ ਫਿਰ ਵੀ ਲੌਕ ਕਰਕੇ ਰੱਖ ਦਿੰਦਾ ਹੈ, ਤਾਲਾ ਫਿਰ ਵੀ ਹੈ। ਅੱਜ ਦੇ ਜ਼ਮਾਨੇ ਵਿੱਚ CCTV ਕੈਮਰੇਸ ਲੱਗੇ ਹੋਏ ਨੇ, ਜਿਹੜੇ ਪਲ ਪਲ ਕਵਰ ਕਰ ਰਹੇ ਹਨ। ਜਿਨ੍ਹਾਂ ਦੀ ਅੱਖ ਉਹਨਾਂ ਹੀਰਿਆਂ ਦੇ ਉੱਪਰ ਹੈ। ਕੈਮਰਾ ਕੀ ਹੈ? ਇੱਕ ਅੱਖ। ਜਿਨ੍ਹਾਂ ਦਿਨਾਂ ਵਿੱਚ ਕੈਮਰੇ ਨਹੀਂ ਸਨ, ਖੁਦ ਅੱਖ ਰੱਖਣੀ ਪੈਂਦੀ ਸੀ, ਕੋਈ ਚੁਰਾ ਨਾ ਲਵੇ। ਹੀਰੇ ਉਂਝ ਹੀ ਖਿਲਾਰ ਕੇ ਐਵੇਂ ਨਹੀਂ ਰੱਖ ਦਿੱਤੇ ਜਾਂਦੇ। ਜੌਹਰੀ ਬੜੀ ਇਹਤਿਆਤ ਵਰਤਦਾ ਹੈ। ਚੋਰ, ਲੁਟੇਰੇ, ਠੱਗਾਂ ਦਾ ਖਤਰਾ ਹੈ। ਉਹ ਧਿਆਨ ਰੱਖਦਾ ਹੈ ਕੋਈ ਚੁਰਾ ਨਾ ਲਵੇ। ਇੱਕ ਹੀਰਾ ਚੁਰਾਇਆ ਗਿਆ, ਲੱਖਾਂ ਦਾ ਨੁਕਸਾਨ ਹੋ ਜਾਏਗਾ। ਬਲੌਰ ਕੋਈ ਲੱਖ ਚੁਰਾ ਕੇ ਲੈ ਜਾਏ ਤਾਂ ਵੀ ਇੰਨਾ ਘਾਟਾ ਪੈਣ ਵਾਲਾ ਨਹੀਂ। ਤੋ ਜਿਤਨੀ ਕੀਮਤੀ ਵਸਤੂ ਹੋਵੇ, ਓਨੀ ਉਸ ਦੀ ਸੰਭਾਲ ਲਈ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਉਹ ਹਰ ਇੱਕ ਦੇ ਅੱਗੇ ਖੋਲ ਕੇ ਨਹੀਂ ਰੱਖ ਦਿੱਤੀ ਜਾਂਦੀ। ਕਹਿੰਦੇ ਨੇ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌੜੇ ਹੋਰਾਂ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਇੱਕ ਸਵਾਲ ਕਰ ਦਿੱਤਾ। ਆਖਣ ਲੱਗੇ, ਜੀ ਜਦੋਂ ਸੁਣਨੇ ਆ ਇਹੀ ਨਾਅਰਾ ਹੁੰਦਾ ਹੈ, ਪੰਥ ਖਤਰੇ ਵਿੱਚ ਹੈ, ਪੰਥ ਨੂੰ ਖਤਰਾ ਹੈ, ਕਦੀ ਖਤਰਾ ਟਲੇਗਾ ਵੀ ਜਾਂ ਨਹੀਂ? ਮਾਸਟਰ ਤਾਰਾ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹ ਕੀਮਤੀ ਸੀ। ਆਖਣ ਲੱਗੇ, ਭੋਲਿਆ, ਹਰ ਕੀਮਤੀ ਚੀਜ਼ ਨੂੰ ਹਰ ਵੇਲੇ ਖਤਰਾ ਹੁੰਦਾ ਹੈ। ਹੀਰਿਆਂ ਨੂੰ ਹਮੇਸ਼ਾ ਖਤਰਾ ਹੁੰਦਾ ਹੈ, ਕੰਕੜ ਪੱਥਰਾਂ ਨੂੰ ਨਹੀਂ। ਜਿਸ ਦਿਨ ਪੰਥ ਨੂੰ ਖਤਰਾ ਖਤਮ ਹੋ ਗਿਆ, ਸਮਝ ਲਈ ਪੰਥ ਪੰਥ ਨਹੀਂ ਰਿਹਾ। ਇਹ ਰਲ ਮਿਲ ਗਿਆ ਹੈ, ਰਲ ਗੱਡ ਹੋ ਗਿਆ ਹੈ। ਇਹ ਆਪਣੀ ਆਈਡੈਂਟਿਟੀ ਵੱਲੋਂ ਭੁੱਲਣਾ ਸ਼ੁਰੂ ਹੋ ਗਿਆ ਹੈ। ਕੀਮਤੀ ਵਸਤੂ ਨੂੰ ਸੰਭਾਲਣ ਦੀ ਜ਼ਰੂਰਤ ਤਾਂ ਹੈ। ਜੇ ਰਾਮ ਪਦਾਰਥ ਬੰਦਗੀ ਦਾ ਕੁਝ ਸਰਮਾਇਆ, ਸੇਵਾ ਸਿਮਰਨ ਅੰਦਰ ਬਣਨ ਲੱਗੇ, ਤਾਂ ਖੋਲ ਕੇ ਨਾ ਬੈਠ ਜਾਣਾ ਲੋਕਾਂ ਨੂੰ ਦਿਖਾਉਣ ਲਈ। ਸਾਡੀ ਹਾਲਤ ਬੜੀ ਖਰਾਬ ਹੈ। ਧਰਮ ਸਥਾਨ ਤੇ ਵੀ ਕੋਈ ਸੇਵਾ ਕਰਦੇ ਹਾਂ ਤਾਂ ਉੱਥੇ ਨਹੀਂ ਜਿੱਥੇ ਲੋਕਾਂ ਨੂੰ ਪਤਾ ਨਾ ਲੱਗਣਾ ਹੋਵੇ, ਬਲਕਿ ਉੱਥੇ ਵਧੇਰੇ ਕਰਨੇ ਆ ਜਿੱਥੇ ਪੱਥਰ ਤੇ ਸਾਡਾ ਨਾਂ ਲਿਖ ਦਿੱਤਾ ਜਾਏ। ਜਿਸ ਦਾ ਨਾਮ ਲਿਖਣਾ ਸੀ ਉਹ ਭੁੱਲ ਗਿਆ, ਜਿਹਨੇ ਦਾਤਾਂ ਦਿੱਤੀਆਂ ਸਨ ਆਪਣਾ ਨਾਮ ਲਿਖਾ ਕੇ ਆ ਗਏ। ਕਦੀ ਇਹ ਸੇਵਾ ਕਰਨ ਵਾਲਾ ਮਨੁੱਖ ਆਪਣੇ ਅੰਦਰ ਝਾਤ ਮਾਰੇ ਕੋਈ ਰਸ ਮਿਲਿਆ? ਬਿਲਕੁਲ ਨਹੀਂ। ਗੁਰਦੁਆਰਾ ਰਕਾਬਗੰਜ ਸਾਹਿਬ ਦੀ ਪੂਰੀ ਇਮਾਰਤ ਦੀ ਸੇਵਾ ਹਰਨਾਮ ਸਿੰਘ ਸੂਰੀ ਹੋਰਾਂ ਕਰਵਾਈ। ਕਿਤੇ ਮੇਰਾ ਨਾਮ ਨਾ ਲਿਖਿਆ ਜਾਏ, ਕਿਸੇ ਨੂੰ ਦੱਸਣਾ ਨਹੀਂ, ਜ਼ਰੂਰਤ ਨਹੀਂ। ਮਾਲਕ ਦੀਆਂ ਦਾਤਾਂ ਨੇ। ਮੱਥਾ ਟੇਕਣ ਆਉਂਦੇ ਆਮ ਸ਼ਰਧਾਲੂ ਤੋਂ ਵੀ ਨੀਵੇਂ ਹੋ ਕੇ ਕਦੀ ਕੋਈ ਦਖਲ ਅੰਦਾਜ਼ੀ ਨਹੀਂ। ਦਾਤਾਂ ਮਾਲਕ ਦੀਆਂ ਨੇ। ਪ੍ਰਭੂ ਦੀ ਭਗਤੀ ਦੀ ਸ਼ਕਤੀ ਤਾਂ ਹੈ। ਮੁਸ਼ਕਿਲ ਇੱਥੇ ਬਣਦੀ ਹੈ, ਹੁਣ ਸੋਚਣਾ ਹੈ ਔਰ ਦੇਖਣਾ ਹੈ। ਕਬੀਰ ਸਾਹਿਬ ਕਿਉਂ ਤਾਕੀਦਾਂ ਕਰਦੇ ਨੇ, ਗੰਢ ਖੋਲ ਕੇ ਨਾ ਬੈਠ ਜਾਈਂ।
ਇਹ ਬਾਜ਼ਾਰ ਇਹਨਾਂ ਹੀਰਿਆਂ ਵਾਲਾ ਨਹੀਂ। ਹਾਂ, ਸੰਤ ਜਨਾਂ ਦੀ ਸੰਗਤ ਵਿੱਚ ਬੈਠੇ ਤੇ ਆਪਣੇ ਅਨੁਭਵ ਸਾਂਝੇ ਕਰ, ਉੱਥੋਂ ਤਾਂ ਤੈਨੂੰ ਅਗਵਾਈ ਮਿਲੇਗੀ। ਬੰਦਗੀਵਾਨਾਂ ਦੇ ਸੰਗਤਾਂ ਵਿਚਾਰ ਕਰੇਗਾ, ਹੋਰ ਅਗਾਂਹ ਦੀ ਅਗਵਾਈ ਮਿਲੇਗੀ। ਕੋਈ ਮੇਰੇ ਤੋਂ ਅਗਾਂਹ ਹੈ ਪਰਮਾਰਥ ਵਿੱਚ ਵੀ, ਤਾਂ ਉਹ ਮੈਨੂੰ ਹੋਰ ਸੇਧ ਦੇਵੇਗਾ। ਲੇਕਿਨ ਸੰਸਾਰ ਦੇ ਸਾਹਮਣੇ ਇਹ ਗਠੜੀ ਖੋਲ ਕੇ ਬੈਠ ਗਿਓ। ਇਹ ਬਾਜ਼ਾਰ, ਇਹ ਪੱਟਣ ਇਹਨਾਂ ਹੀਰਿਆਂ ਦਾ ਬਾਜ਼ਾਰ ਨਹੀਂ। ਬਹੁ ਗਿਣਤੀ ਪਦਾਰਥਾਂ ਦੀ ਦੀਵਾਨੀ ਹੈ, ਪਰਮਾਤਮਾ ਦੀ ਨਹੀਂ। ਇਹ ਖਿਆਲ ਰੱਖ। ਨਹੀਂ ਤਾਂ ਐਸਾ ਕਿਉਂ ਹੋਵੇ? ਲੱਚਰ ਗੀਤ ਗਾਉਣ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤਾਂ ਟਿਕਟ ਰੱਖੀ ਜਾਂਦੀ ਹੈ, ਔਰ ਲੋਕ ਪਹਿਲੇ ਖਰੀਦਣਾ ਚਾਹੁੰਦੇ ਨੇ, ਕਿਧਰੇ ਸਾਰੀਆਂ ਟਿਕਟਾਂ ਵਿਕ ਨਾ ਜਾਣ। ਪਰਮਾਤਮਾ ਦੇ ਨਾਮ ਦੀ ਚਰਚਾ ਹੋ ਰਹੀ ਹੋਵੇ ਤੇ ਸੇਵਾ ਕਰਨ ਤੋਂ ਸੰਕੋਚ ਕਰ ਲੈਂਦੇ ਨੇ। ਇਹ ਖਬਰ ਹੈ ਅਸੀਂ ਗ੍ਰਾਹਕ ਕਿਸ ਚੀਜ਼ ਦੇ ਹਾਂ। ਇਹ ਬਾਜ਼ਾਰ ਕੈਸਾ ਹੈ? ਕਬੀਰ ਸਾਹਿਬ ਕਹਿੰਦੇ ਨੇ, ਦੇਖ ਕਿਧਰੇ ਨੁਕਸਾਨ ਨਾ ਕਰ ਬੈਠੀ। ਪ੍ਰਭੂ ਨਾਮ ਦਾ ਸਰਮਾਇਆ ਜੇ ਕੁਝ ਮਿਲਿਆ ਹੀ ਤੇ ਇਹ ਅਜੇ ਸੰਸਾਰ ਦਾ ਜੋ ਬਾਜ਼ਾਰ ਹੈ, ਇਹ ਬਾਜ਼ਾਰ ਨਾਮ ਦਾ ਬਾਜ਼ਾਰ ਨਹੀਂ। ਨਾ ਪਰਖ ਵਾਲੇ ਲੋਕ ਨੇ, ਇਹ ਪਰਖਦੇ ਨੇ ਬਾਹਰ ਦੀ ਦੌਲਤ ਤੋਂ। ਅੰਦਰਲੇ ਸਰਮਾਏ ਦੀ ਇਹਨਾਂ ਨੂੰ ਸਮਝ ਹੀ ਨਹੀਂ। ਜੇਬ ਭਾਰੀ ਹੈ ਤਾਂ ਮਨੁੱਖ ਵੱਡਾ ਹੈ। ਮਾਇਆ ਕੇ ਤੀਨ ਨਾਮ, ਪਰਸੂ, ਪਰਸਾ, ਪਰਸਰਾਮ। ਇਹਨਾਂ ਦਾ ਪੈਮਾਨਾ ਇਹ ਹੈ, ਕੋਈ ਗ੍ਰਹਿਣ ਕਰਨ ਵਾਲਾ ਨਹੀਂ। ਗਾਹਕ ਕੋਈ ਨਹੀਂ, ਗ੍ਰਾਹਕ ਨਹੀਂ ਤੇ ਮੁੱਲ ਕੌਣ ਤਾਰੇਗਾ? ਮੁੱਲ ਹਮੇਸ਼ਾ ਤਾਰਦਾ ਹੈ ਗ੍ਰਾਹਕ, ਤੇ ਗ੍ਰਾਹਕ ਦਰਅਸਲ ਉਹ ਹੁੰਦਾ ਹੈ ਜੋ ਗ੍ਰਹਿਣ ਕਰਨਾ ਚਾਹੁੰਦਾ ਹੈ। ਜਿਨ੍ਹਾਂ ਅੰਦਰ ਬੰਦਗੀ ਦਾ ਰਸ ਹੈ, ਉਹਨਾਂ ਨੂੰ ਕੋਈ ਰੱਬ ਦੀ ਗੱਲ ਸੁਣਾਵੇ ਤਾਂ ਉਹਨਾਂ ਦੀ ਅਵਸਥਾ, ਕਿਉਂਕਿ ਉਹ ਗ੍ਰਾਹਕ ਨੇ, ਉਹ ਮੁੱਲ ਕੀ ਭੇਟਾ ਵਿੱਚ ਹੀ ਸਭ ਕੁਝ ਦੇਣ ਨੂੰ ਤਿਆਰ ਨੇ। ਸਤਿਗੁਰੂ ਜੀ ਨੂੰ ਪੁੱਛੋ ਤਾਂ ਹਜ਼ੂਰ ਕਹਿੰਦੇ ਨੇ, ਤਿਸ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਤੇ ਅਗਲੀ ਪੰਕਤੀ ਵਿੱਚ ਲਿਖਿਆ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਮੇਰਾ ਸਿਰ ਵੀ ਰੱਬ ਦੀ ਗੱਲ ਸੁਣਾਉਣ ਵਾਲੇ ਦੇ ਲੇਖੇ ਲੱਗ ਜਾਏ। ਇਹ ਕੱਟ ਕੇ ਉਸ ਦੇ ਬੈਠਣ ਲਈ ਆਸਣ ਵੀ ਬਣਾਉਣਾ ਪਵੇ। ਰੱਬ ਦੀ ਗੱਲ ਸੁਣਾਉਣ ਵਾਲਾ ਹੈ ਤਾਂ ਇਹ ਸਿਰ ਵੀ ਹਾਜ਼ਰ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਉਹੀ ਮੇਰਾ ਰਿਸ਼ਤੇਦਾਰ ਹੈ। ਪਰ ਜਦੋਂ ਅਜੇ ਤੂੰ ਥੋੜਾ ਜਿਹਾ ਪਦਾਰਥ ਇਕੱਠਾ ਕੀਤਾ ਹੈ ਤੇ ਤੂੰ ਗਠੜੀ ਖੋਲ ਕੇ ਬੈਠ ਗਈ ਉਸ ਸੰਸਾਰ ਵਿੱਚ, ਤੈਨੂੰ ਪਤਾ ਹੈ ਇਹ ਸੰਸਾਰ ਵਿੱਚ ਇੱਕ ਹੋਰ ਖੇਡ ਵਰਤਣੀ ਸ਼ੁਰੂ ਹੋ ਜਾਂਦੀ ਹੈ। ਮਨ ਹੈ ਬੜਾ ਚਾਲਾਕ। ਤੇਰੇ ਪਾਸ 5 ਪਹਿਰੇਦਾਰ ਨੇ ਕਿ ਇਹ ਚੋਰ ਉਚੱਕੇ ਨੂੰ ਨਾ ਆਉਣ ਦੇਣ। ਕੁਦਰਤ ਨੇ ਦਿੱਤੇ ਹੋਏ ਨੇ। ਕਬੀਰ ਜੀ ਨੇ ਲਿਖਿਆ, 5 ਪਹਿਰੂਆ ਦਰ ਮਹਿ ਰਹਤੇ। ਦਰਵਾਜ਼ੇ ਤੇ ਖੜੋਤੇ ਨੇ। ਲੇਕਿਨ ਮੁਸ਼ਕਿਲ ਇਸ ਗੱਲ ਦੀ ਹੈ, ਜੇ ਮਾਲਕ ਤੂੰ ਹੈ, ਤੂੰ ਖੁਦ ਸਾਵਧਾਨ ਨਾ ਹੋਇਓ ਤਾਂ ਪਹਿਰੇਦਾਰਾਂ ਵੀ ਅਵੇਸਲੇ ਹੋ ਜਾਣਾ। ਪਹਿਰੇਦਾਰ ਅਵੇਸਲੇ ਹੋਏ ਨਹੀਂ ਕਿ ਡਾਕੂ ਲਟੇਰੇ ਆਏ ਨਹੀਂ, ਪੰਜੇ ਵਿਕਾਰ ਆ ਜਾਣਗੇ। ਕਬੀਰ ਜੀ ਦੀਆਂ ਪੰਕਤੀਆਂ ਬੜੀਆਂ ਕੀਮਤੀ ਹਨ। 5 ਪਹਿਰੂਆ ਦਰ ਮਹਿ ਰਹਤੇ, ਤਿਨ ਕਾ ਨਹੀਂ ਪਤਿਆਰਾ। ਭਰੋਸਾ ਨਾ ਕਰ ਬੈਠੀ। ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਾਰਾ। ਅੱਖਾਂ, ਨੱਕ, ਕੰਨ, ਜ਼ੁਬਾਨ ਤੇ ਚਮੜੀ, ਤੁਚਾ, ਇਹ 5 ਜਿਹੜੇ ਨੇ ਇਹ ਪਹਿਰੇਦਾਰ ਨੇ।
ਔਰ ਇੰਨਾ ਹੀ ਅਵੇਸਲੇ ਹੋਣਾ ਹੀ ਖਿਆਲ ਰੱਖੀ ਜੇ ਪਿੱਛੇ ਤੂੰ ਸੁਚੇਤ ਨਾ ਰਿਓ। ਸਧਾਰਨ ਤੌਰ ਤੇ ਤਾਂ ਅਸੀਂ ਜਾਣਦੇ ਹੀ ਹਾਂ, ਕੋਈ ਆਦਮੀ ਗੱਲ ਕਰ ਰਿਹਾ ਹੈ, ਅਸੀਂ ਸੁਚੇਤ ਨਹੀਂ ਰਹੇ, ਸੁਰਤ ਕਿਤੇ ਹੋਰ ਚਲੇ ਗਈ ਤੇ ਉਹਨੂੰ ਆਖੀਦਾ ਮਿੱਤਰਾ ਦੁਬਾਰਾ ਦੱਸੀ, ਮੇਰਾ ਧਿਆਨ ਕਿਤੇ ਹੋਰ ਚਲਾ ਗਿਆ ਸੀ, ਕੰਨ ਇੱਥੇ ਹੀ ਸਨ, ਪਰ ਪਹਿਰੇਦਾਰ ਅਵੇਸਲੇ ਹੋ ਗਏ। ਦਰਵਾਜ਼ੇ ਤੋਂ ਅੰਦਰ ਕੀ ਲੰਘਿਆ ਉਹਨਾਂ ਨੂੰ ਕੋਈ ਪਤਾ ਨਹੀਂ। ਇਉਂ ਹੀ ਜ਼ਬਾਨ ਹੈ ਪਹਿਰੇਦਾਰ ਬੜੀ ਵੱਡੀ, ਹਰ ਪਦਾਰਥ ਦਾ ਸਵਾਦ ਲੱਗਣ ਸਾਰ ਖਬਰ ਪਹੁੰਚਾ ਦਿੰਦੀ ਏ, ਇਸ ਤਰ੍ਹਾਂ ਦਾ ਹੈ। ਲੇਕਿਨ ਜੇ ਅੰਦਰਲਾ ਅਵੇਸਲਾ ਹੋਵੇ, ਚਸਕਿਆਂ ਵਿੱਚ ਪੈ ਜਾਏ, ਇਹਨੂੰ ਪਤਾ ਹੀ ਨਾ ਰਹੇ ਕਿ ਮੈਂ ਕੇਵਲ ਭੁੱਖ ਮਿਟਾਉਣ ਲਈ ਖਾਣਾ ਹੈ ਕਿ ਸਵਾਦਾਂ ਲਈ ਖਾਣਾ ਹੈ, ਤਾਂ ਚਸਕੇ ਰੋਗਾਂ ਦਾ ਕਾਰਨ ਬਣ ਜਾਣਗੇ, ਪੇਟੂ ਬਣ ਜਾਏਗਾ। ਬੜੇ ਲੋਕ ਨੇ ਲੋੜ ਤੋਂ ਬਿਨਾਂ ਖਾਂਦੇ ਨੇ, ਲੋੜ ਤੋਂ ਬਿਨਾਂ ਬੋਲਦੇ ਨੇ। ਪਹਿਰੇਦਾਰ ਅਵੇਸਲਾ ਹੋ ਗਿਆ ਹੈ। ਇਉਂ ਹੀ ਗੰਧ ਸੁਗੰਧ ਨੱਕ ਰਾਹੀਂ ਪ੍ਰਵੇਸ਼ ਕਰਦੀ ਹੈ। ਸੁਗੰਧੀਆਂ ਦਾ ਦੀਵਾਨਾ ਹੈ ਮਨੁੱਖ। ਸੀ ਪਹਿਰੇਦਾਰ ਬੜਾ ਕੀਮਤੀ, ਦੁਰਗੰਧ ਆਉਂਦੀ ਸੀ, ਝੱਟ ਖਬਰ ਦਿੱਤੀ ਨੱਕ ਨੇ ਕਿ ਸਾਵਧਾਨ ਹੋ, ਬਦਬੂ ਹੈ, ਇਹਦਾ ਮਤਲਬ ਹੈ ਬਿਮਾਰੀ ਦੇ ਕੀਟਾਣੂ ਵੀ ਦੂਰ ਨਹੀਂ, ਬਚ। ਲੇਕਿਨ ਇਹਨਾਂ ਪਹਿਰੇਦਾਰਾਂ ਨੂੰ ਸੁਚੇਤ ਰੱਖਣ ਵਾਸਤੇ ਅੰਦਰਲੇ ਨੂੰ ਸੁਚੇਤ ਰਹਿਣਾ ਪਵੇਗਾ। ਜੇ ਤੂੰ ਅੰਦਰੋਂ ਅਵੇਸਲਾ ਹੋ ਗਿਆ, ਬਾਹਰ ਖੋਲ ਦਿੱਤੀ ਗੱਠ, ਕੁਝ ਥੋੜੀ ਪ੍ਰਾਪਤੀ ਹੋਈ ਸੀ, ਰੂਪ ਤੇਰੇ ਅੱਗੇ ਆ ਚੁੱਕੇਗਾ। ਅੱਖਾਂ ਵਾਸਨਾ ਨਾਲ ਭਰ ਗਈਆਂ, ਸਰਮਾਇਆ ਲੁੱਟਿਆ ਜਾਏਗਾ ਹੀ। ਲੋਕ ਝੁਕਣ ਲੱਗ ਪੈਣਗੇ। ਹੰਕਾਰ ਨੂੰ ਰਸ ਮਿਲਿਆ, ਇਹ ਰੇਸ਼ਮੀ ਬਸਤਰ ਦਿੰਦਾ ਹੈ, ਇਹ ਭੇਟਾ ਕਰਦਾ ਹੈ। ਤੂੰ ਸਰਮਾਇਆ ਲੁਟਾ ਨਾ ਬੈਠੀ, ਦੇਖੀ ਇੱਥੇ ਅਸਲੀ ਪਾਰਖੂ ਕੋਈ ਨਹੀਂ, ਤੇਰੀ ਗੱਲ ਸੁਣਨ ਵਾਲਾ ਵੀ ਤਾਂ ਚਾਹੀਦਾ ਹੈ। ਵਿਣ ਗਾਹਕ ਗੁਣ ਵੇਚੀਐ, ਤੋ ਗੁਣ ਸਹਿਗੋ ਜਾਏ। ਕਿੰਨਾ ਕੀਮਤੀ ਗੁਣ ਨਾ ਹੋਵੇ। ਇੱਕ ਆਦਮੀ ਬੜਾ ਸੁੰਦਰ ਵਖਿਆਨ ਕਰਦਾ ਹੈ, ਕੀਮਤੀ ਅਮੋਲਕ ਬਚਨ ਨੇ ਉਸਦੇ, ਲੇਕਿਨ ਜਿਨ੍ਹਾਂ ਨੂੰ ਸੁਣਾ ਰਿਹਾ ਹੈ ਉਹਨਾਂ ਦੀ ਸਮਝ ਹੀ ਉਸ ਤਲ ਦੀ ਨਹੀਂ। ਉਹ ਗ੍ਰਾਹਕ ਨਹੀਂ, 2 ਕੌਡੀ ਮੁੱਲ ਨਾ ਪਵੇਗਾ। ਕੋਹਨੂਰ ਵੀ ਅਲੀ ਹਫੀਜ਼ ਦੇ ਘਰ ਮਹੀਨਿਆਂ ਬੱਧੀ ਰਿਹਾ, ਕੋਈ ਕੀਮਤ ਨਾ ਪਈ। ਭਾਈ ਗੁਰਦਾਸ ਜੀ ਨੇ ਆਖਿਆ, ਰਤਨ ਮਣੀ ਗਲ ਬਾਂਦਰ ਹੈ, ਕਿ ਹੁਕੀਮ ਨਾ ਜਾਣੇ। ਬਾਂਦਰ ਦੇ ਗਲ ਕੀਮਤੀ ਰਤਨ ਮਣੀ ਪਾ ਦਿੱਤੀ, ਪਰੋ ਕੇ ਕੁਮਿਆਰ ਨੂੰ ਵੀ ਸਮਝ ਨਹੀਂ, ਮਿਲ ਗਈ ਕਿਧਰੇ, ਪਰੋ ਕੇ ਪਾ ਦਿੱਤੀ। ਉਹਨੇ ਖੋਤੇ ਦੇ ਗਲ ਪਾ ਦਿੱਤੀ। ਮਦਾਰੀ ਨੂੰ ਮਿਲ ਗਈ, ਉਹਨੇ ਬਾਂਦਰ ਦੇ ਗਲ ਪਾ ਦਿੱਤੀ। ਨਾ ਮਦਾਰੀ ਨੂੰ ਸਾਰ ਹੈ, ਨਾ ਬਾਂਦਰ ਨੂੰ ਸਾਰ ਹੈ। ਨਾਮ ਦਾ ਪਦਾਰਥ ਬੜਾ ਅਮੋਲਕ ਹੈ, ਪਰ ਦੇਖੀ ਗ੍ਰਾਹਕ ਕੌਣ ਹੈ। ਤੇਰੇ ਪਾਸ ਜੋ ਵਿਅਕਤੀ ਆਇਆ ਹੈ, ਉਸ ਦਾ ਮਨੋਰਥ ਕੀ ਹੈ? ਉਹ ਪਦਾਰਥ ਭਾਲਦਾ ਹੈ ਕਿ ਪਰਮਾਤਮਾ ਭਾਲਦਾ ਹੈ? ਗਵਾ ਨਾ ਬੈਠੀ, ਤੈਨੂੰ ਹੋਰ ਪਾਸੇ ਲਾਉਣ ਵਾਲੇ ਬੜੇ ਮਿਲ ਜਾਣਗੇ, ਤਮਾਸ਼ਬੀਨ ਇਕੱਠੇ ਹੋ ਜਾਣਗੇ। ਗਠੜੀ ਖੋਲਣ ਤੇ ਡਰ ਹੈ। ਨਾ ਇਹ ਨਾਮ ਦਾ ਬਾਜ਼ਾਰ ਹੈ, ਨਾ ਗ੍ਰਾਹਕ ਹੈ, ਨਾ ਕੀਮਤ ਪਏਗੀ। ਬਹੁਤ ਸਾਧੂ ਬਣ ਰੱਬ ਦੇ ਰਾਹ ਤੇ ਤੁਰੇ, ਲੇਕਿਨ ਰਾਹ ਵਿੱਚ ਹੀ ਗਠੜੀ ਖੋਲ ਬੈਠੇ ਤੇ ਸਭ ਕੁਝ ਗਵਾ ਲਿਆ। ਇਸੇ ਲਈ ਬਾਬਾ ਫਰੀਦ ਜੀ ਨੇ ਆਖਿਆ ਹੈ, ਫਰੀਦਾ ਦਰਵੇਸ਼ੀ ਗਾਖੜੀ। ਬੜੀ ਕਠਨ ਕਾਰ ਹੈ, ਚੋਪੜੀ ਪ੍ਰੀਤ, ਇਕਨ ਕਿਨੈ ਲਾਈਐ, ਦਰਵੇਸ਼ਾਂ ਵੀ ਰੀਤ। ਕਠਨ ਮਾਰਗ ਹੈ, ਰਾਮ ਦਾ ਪਦਾਰਥ ਪਾ, ਪਰ ਗੰਢ ਖੋਲ ਕੇ ਨਾ ਬਹਿ ਜਾਈਂ ਕਿ ਦੁਕਾਨ ਲਾ ਕੇ ਬਹਿ ਗਿਆ ਹੈ। ਇਹ ਬਾਜ਼ਾਰ ਦੁਨੀਆ ਨਾਮ ਦਾ ਬਾਜ਼ਾਰ ਨਹੀਂ। ਨਾ ਪਰਖ ਕਰਨ ਵਾਲੇ ਨੇ, ਨਾ ਕੋਈ ਗ੍ਰਾਹਕ ਹੈ, ਨਾ ਕੋਈ ਮੁੱਲ ਦੇਣ ਵਾਲਾ ਹੈ। ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨ ਖੋਲ। ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। 24ਵਾਂ ਸ਼ਲੋਕ। ਕਬੀਰ ਤਾਸਿਓਂ ਪ੍ਰੀਤ ਕਰ,
जाको ठाकुर राम, पंडित राजे भूपति, आवह कौने काम। ऐ कबीर, उस सतसंगी नाल मित्रता बना, दोस्ती बना, सांझ बना, जिसने परमात्मा नू अपना आसरा मन लिया है, जो रब दा हो गया है। ਉਹ परमात्मा जो सारियां नू पालन प्रतिपालन वाला है। जाको ठाकुर राम, जो रब दे हो गए ने, उन्हां नाल तू भी प्रीत बना। ਉਹ ਪ੍ਰੀਤ ਬੜੀ ਲਾਹੇਵੰਦੀ ਹੈ। ਉੱਥੇ ਪ੍ਰਭੂ ਦੀ ਪ੍ਰਤੀਤ ਹੋਵੇਗੀ। ਪ੍ਰੀਤ ਤੇ ਪ੍ਰਤੀਤ ਇਕੱਠੀਆਂ ਹੀ ਵਸਦੀਆਂ ਨੇ, ਖਿਆਲ ਰੱਖਣਾ। ਜਿੱਥੇ ਪ੍ਰੀਤ ਹੈ ਉੱਥੇ ਪ੍ਰਤੀਤ ਜ਼ਰੂਰ ਹੋਵੇਗੀ, ਵਿਸ਼ਵਾਸ ਹੋਵੇਗਾ। ਅਗਰ ਕੋਈ ਆਦਮੀ ਆਖਦਾ ਹੈ ਕਿ ਮੈਂ ਪ੍ਰੀਤ ਵੀ ਕਰਦਾ ਹਾਂ ਪਰ ਉਹ ਤੁਹਾਡੇ ਤੇ ਪ੍ਰਤੀਤ ਨਹੀਂ ਕਰਦਾ, ਇਸ ਦਾ ਮਤਲਬ ਹੈ ਉਸ ਦੀ ਪ੍ਰੀਤ ਝੂਠੀ ਹੈ। ਨਿਰੰਕਾਰ ਨਾਲ ਪ੍ਰੀਤ ਕਰਨ ਵਾਲੇ ਨਿਰੰਕਾਰ ਤੇ ਪ੍ਰਤੀਤ, ਭਰੋਸਾ, ਵਿਸ਼ਵਾਸ ਵੀ ਰੱਖਦੇ ਨੇ। ਐਸੇ ਵਿਸ਼ਵਾਸ ਵਾਲੇ ਰੱਬ ਦੇ ਬੰਦਿਆਂ ਦੀ ਸੰਗਤ ਕਰ, ਤੂੰ ਉਹਨਾਂ ਨਾਲ ਪ੍ਰੀਤ ਕਰ, ਪ੍ਰਮਾਤਮਾ ਨਾਲ ਬਣ ਜਾਏਗੀ। ਔਰ ਇਹ ਬੜੀ ਕੀਮਤੀ ਹੈ। ਤੇਰਾ ਰੂਪ, ਸਰੂਪ, ਸੁਭਾਅ ਸਭ ਬਦਲ ਜਾਏਗਾ। ਬਿਲਕੁਲ ਇਉਂ ਗੰਗਾ ਕੈ ਸੰਗ ਸਲਿਤਾ ਬਿਗਰੀ, ਸੋ ਸਲਿਤਾ ਗੰਗਾ ਹੋਏ ਨਿਬਰੀ। ਕਬੀਰ ਜੀ ਕਹਿੰਦੇ ਨੇ ਸਧਾਰਨ ਨਦੀ ਗੰਗਾ ਵਿੱਚ ਆ ਮਿਲੀ, ਗੰਗਾ ਦਾ ਰੂਪ ਹੋ ਗਈ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੈ ਨਾ ਜਾਈ। ਲੋਕ ਮੈਨੂੰ ਵੀ ਕਈ ਆਖਦੇ ਨੇ ਕਬੀਰ ਵਿਗੜ ਗਿਆ ਹੈ। ਮੈਂ ਆਖਦਾ ਹਾਂ ਸੱਚ ਹੈ। ਵਿਗੜਨ ਦਾ ਮਤਲਬ ਤਾਂ ਇਹੀ ਹੈ, ਜੋ ਸਰੂਪ ਸੀ ਹੁਣ ਉਹ ਨਹੀਂ, ਹੋਰ ਹੋ ਗਿਆ। ਜੋ ਸੁਭਾਅ ਸੀ ਉਹ ਨਹੀਂ, ਆਮ ਦੁਨੀਆ ਵਾਲਾ ਨਹੀਂ, ਹੋਰ ਹੋ ਗਿਆ ਹੈ। ਮੈਂ ਸੱਚ ਨਾਲ ਜੁੜ ਗਿਆ ਹਾਂ, ਕਿਧਰੇ ਹੋਰ ਨਹੀਂ ਭਟਕਦਾ। ਚੰਦਨ ਕੈ ਸੰਗ ਤਰਵਰ ਬਿਗੜਿਓ, ਤੁਸੀਂ ਦੇਖਦੇ ਨਹੀਂ ਚੰਦਨ ਦੇ ਨੇੜੇ ਲੱਗਾ ਹੋਇਆ ਹੋਰ ਬੂਟਾ ਉਹ ਵੀ ਵਿਗੜਿਆ। ਜੋ ਉਸ ਦਾ ਸੁਭਾਅ ਸੀ ਉਹਨੇ ਛੱਡ ਦਿੱਤਾ, ਚੰਦਨ ਦਾ ਸੁਭਾਅ ਅਪਣਾ ਲਿਆ ਤੇ ਨਤੀਜਾ ਇਹ ਹੋਇਆ, ਸੋ ਤਰਵਰ ਚੰਦਨ ਹੋਏ ਨਿਬਰਿਓ, ਉਹ ਵੀ ਚੰਦਨ ਹੀ ਬਣ ਗਿਆ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਪਾਰਸ ਨੂੰ ਛੋ ਕੇ ਤਾਂਬਾ ਆਪਣਾ ਸੁਭਾਅ ਛੱਡਿਆ ਉਸਨੇ। ਚੰਗੀ ਸੰਗਤ ਮਿਲੀ ਤੇ ਬਣ ਕੀ ਗਿਆ, ਸੋ ਤਾਂਬਾ ਕੰਚਨ ਹੋਏ ਨਿਬਰਿਓ, ਸੋਨਾ ਬਣ ਗਿਆ। ਕਬੀਰ ਜੀ ਕਹਿੰਦੇ ਨੇ ਇਉਂ ਹੀ ਰੱਬ ਦੇ ਬੰਦਿਆਂ ਨਾਲ ਮਿਲ ਕੇ ਮੈਂ ਵੀ ਬਦਲ ਗਿਆ। ਸੰਤਨ ਸੰਗ ਕਬੀਰਾ ਬਿਗੜਿਓ, ਤੇ ਨਤੀਜਾ ਇਹ ਹੋਇਆ, ਸੋ ਕਬੀਰ ਰਾਮੈ ਹੋਏ ਨਿਬਰਿਓ। ਇਸ ਪ੍ਰੀਤ ਨੇ ਐਸਾ ਰੰਗ ਲਾਇਆ ਕਿ ਪਰਮਾਤਮਾ ਨਾਲ ਇੱਕ ਕਰ ਦਿੱਤਾ। ਪ੍ਰੀਤ ਦੀ ਖੂਬੀ ਹੈ, ਪ੍ਰੀਤ ਉਸ ਨੂੰ ਵੀ ਖਿੱਚ ਪਾਉਂਦੀ ਹੈ ਜਿਸ ਨੂੰ ਤੁਸੀਂ ਪ੍ਰੀਤ ਕਰਦੇ ਹੋ। ਆਖਣ ਦੀ ਵੀ ਜ਼ਰੂਰਤ ਨਹੀਂ। ਪ੍ਰੀਤ ਅੰਦਰ ਇੱਕ ਚੁੰਬਕੀ ਸ਼ਕਤੀ ਹੈ ਜੋ ਪਰਮਾਤਮਾ ਨੂੰ ਵੀ ਖਿੱਚ ਲਵੇ ਆਪਣੇ ਵੱਲ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦੁਨਿਆਵੀ ਮਿਸਾਲਾਂ ਦੋ ਦੇ ਕੇ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਉਹ ਕਹਿੰਦੇ ਨੇ, ਸਿੱਕਦਾ ਸਿੱਕਦਾ ਵੱਛਾ ਛੁੱਟਿਆ, ਧਾ ਅੰਮੀ ਵੱਲ ਆਇਆ। ਵੱਛਾ ਕਿੱਲੇ ਤੋਂ ਛੱਡਿਆ ਗਿਆ, ਦੌੜ ਕੇ ਮਾਂ ਪਾਸ ਦੁੱਧ ਚੁੰਗਣ ਗਿਆ। ਜੇ ਇਹ ਪਿਆਰ ਨਾਲ ਮਾਂ ਵੱਲ ਦੌੜਿਆ ਤੇ ਮਾਂ ਨੇ ਇਸ ਤੋਂ ਵੀ ਵੱਧ ਪਿਆਰ ਕੀਤਾ ਹੈ। ਸਿੱਕਦਾ ਸਿੱਕਦਾ ਵੱਛਾ ਛੁੱਟਿਆ, ਧਾ ਅੰਮੀ ਵੱਲ ਆਇਆ। ਅੰਮੀ ਉਸ ਤੋਂ ਵੱਧ ਪਿਆਰੇ, ਤੁਰਠ ਤੁਰਠ ਲਾਡ ਲਡਾਇਆ। ਦੂਜੀ ਮਿਸਾਲ ਉਹਨਾਂ ਦਿੱਤੀ, ਪਰਬਤਾਂ ਦੀਆਂ ਚੋਟੀਆਂ ਤੋਂ ਬਰਫਾਂ ਢਲੀਆਂ ਨਦੀ ਦੇ ਵਹਿਣ ਤੁਰੇ, ਤੇ ਨਾ ਦਿਨੇ ਰੁਕੇ ਨਾ ਰਾਤ ਰੁਕੇ। ਪੱਥਰ ਸਾਹਮਣੇ ਆਏ ਕਿ ਕੰਢੇ ਆਏ ਕਿ ਕੀ ਆਇਆ, ਪ੍ਰਵਾਹ ਨਾ ਕੀਤੀ। ਨਿਵਾਣ ਨੂੰ ਚੱਲਦੇ ਹੀ ਰਹੇ ਕਿ ਸਮੁੰਦਰ ਤੱਕ ਪੁੱਜਣਾ ਹੈ। ਇਹਨਾਂ ਵਹਿਣਾਂ ਦੀ ਯਾਤਰਾ ਸ਼ੁਰੂ ਰਹੀ। ਇਹ ਨਦੀ ਤੁਰੀ ਰਹੀ
ਤੇ ਆਖਰ ਜਦ ਸਮੁੰਦਰ ਦੇ ਪਾਸ ਪੁੱਜੀ, ਸਮੁੰਦਰ ਦੀਆਂ ਉਹ ਛੱਲਾਂ ਅਗਾਂਹ ਵੱਧ ਕੇ ਨਦੀ ਨੂੰ ਲੈਣ ਲਈ ਆਈਆਂ। ਸਮੁੰਦਰ ਦੀਆਂ ਛੱਲਾਂ ਦਾ ਜ਼ਿਕਰ ਉਸ ਦੇ ਪਿਆਰ ਵਜੋਂ ਭਾਈ ਵੀਰ ਸਿੰਘ ਜੀ ਕਰਦੇ ਨੇ। ਦੋਵੇਂ ਮਿਸਾਲਾਂ ਸੁਣੋ। ਸਿੱਕਦਾ ਸਿੱਕਦਾ ਵੱਛਾ ਛੁੱਟਿਆ, ਧਾ ਅੰਮੀ ਵੱਲ ਆਇਆ, ਅੰਮੀ ਉਸ ਤੋਂ ਵੱਧ ਪਿਆਰੇ, ਤਰੁੱਠ ਤਰੁੱਠ ਲਾਡ ਲਡਾਇਆ। ਸਿੱਕਦੀ ਨਦੀ ਜਾਲ ਜਫਰਾਂ ਜਦ ਸ਼ੌ ਸਾਗਰ ਪਹੁੰਚੀ, ਉਸ ਤੋਂ ਵੱਧ ਪਿਆਰ ਵਿੱਚ ਪ੍ਰੀਤਮ ਮਿਲਣ ਅਗਾਹਾਂ ਧਾਇਆ। ਨਿਰੰਕਾਰ ਵੀ ਇੰਜ ਹੀ ਕਰਦਾ ਹੈ, ਗੁਰੂ ਵੀ ਇੰਜ ਹੀ ਕਰਦਾ ਹੈ। ਪ੍ਰਭੂ ਦੇ ਪਿਆਰਿਆਂ ਨਾਲ ਪ੍ਰੀਤ ਬਣਾਈ ਤਾਂ ਕਬੀਰ ਜੀ ਕਹਿੰਦੇ ਨੇ, ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਜੇ ਰੱਬ ਨਾਲ ਇੱਕ ਹੋਣਾ ਤਾਂ ਸੰਗਤ ਬੰਦਗੀ ਵਾਨਾਂ ਦੀ ਖੋਜ, ਬਸ ਬਾਕੀ ਕੰਮ ਉਸ ਸੰਗਤ ਨੇ ਕਰ ਦੇਣਾ ਹੈ। ਕਬੀਰ ਤਾਸਿਓਂ ਪ੍ਰੀਤ ਕਰ, ਜਾ ਕੋ ਠਾਕੁਰ ਰਾਮ। ਜਿਨ੍ਹਾਂ ਨੇ ਉਸ ਰਮੇ ਹੋਏ ਨੂੰ ਆਪਣਾ ਮਾਲਕ ਮੰਨ ਲਿਆ ਹੈ, ਉਹਨਾਂ ਰੱਬ ਦੇ ਪਿਆਰਿਆਂ ਨਾਲ ਪ੍ਰੀਤ ਬਣਾ। ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ। ਰਾਜੇ ਜਿਨ੍ਹਾਂ ਦੀ ਹਕੂਮਤ ਚੱਲਦੀ ਹੈ, ਭੂਪਤੀ ਜ਼ਮੀਨਾਂ ਦੇ ਮਾਲਕ, ਪੰਡਿਤ ਵਿਦਵਾਨ ਲੋਕ ਜਿਨ੍ਹਾਂ ਨੇ ਪੁਸਤਕਾਂ ਦਾ ਅਧਿਐਨ ਕੀਤਾ ਹੋਇਆ ਹੈ। ਲੇਕਿਨ ਪੁਸਤਕ ਦਾ ਕੇਵਲ ਅਧਿਐਨ ਕਾਫੀ ਨਹੀਂ, ਜਿੰਨੀ ਦੇਰ ਆਪਣੇ ਅੰਦਰਲੀ ਪੁਸਤਕ ਨਾ ਪੜ੍ਹੀ ਜਾਏ। ਪੰਡਿਤ ਧਰਮ ਦੀ ਚਰਚਾ ਜ਼ਰੂਰ ਕਰ ਸਕਦਾ ਹੈ। ਸਵਾਲ ਕੇਵਲ ਪੰਡਿਤ ਦਾ ਹੀ ਨਹੀਂ, ਕਿਸੇ ਵੀ ਧਰਮ ਦਾ ਪੁਜਾਰੀ ਜਿਸ ਦਾ ਕਿੱਤਾ ਇਹ ਹੈ, ਉਹ ਸਟੱਡੀ ਕਰਕੇ ਉਹਨਾਂ ਵਿਚਾਰਾਂ ਨੂੰ ਗਾ ਸਕਦਾ ਹੈ, ਉਹਨਾਂ ਦਾ ਵਿਖਿਆਨ ਚੰਗੇ ਢੰਗ ਨਾਲ ਕਰ ਸਕਦਾ ਹੈ। ਲੇਕਿਨ ਸਵਾਲ ਕੇਵਲ ਵਿਖਿਆਨ ਦਾ ਨਹੀਂ, ਸਵਾਲ ਧਿਆਨ ਦਾ ਹੈ ਕਿ ਉਸ ਦੀ ਆਪਣੀ ਜ਼ਿੰਦਗੀ ਵਿੱਚ ਵੀ ਉਹ ਰੰਗਤ ਲੱਗ ਗਈ ਹੋਵੇ। ਲੇਕਿਨ ਉਸ ਤੋਂ ਬਗੈਰ ਤਾਂ ਪੰਡਿਤ ਬਹੁਤ ਹਨ, ਤਿਨਾਂ ਨੂੰ ਬਾਣੀ ਅੰਦਰ ਕੋਈ ਆਦਰ ਨਹੀਂ ਦਿੱਤਾ ਗਿਆ। ਕਬੀਰ ਜੀ ਦੇ ਹੀ ਬਚਨ ਹਨ। ਉਹ ਕਹਿੰਦੇ ਨੇ, ਪੰਡਿਆ ਕਵਨ ਕੋ ਮਤ ਤੁਮ ਲਾਗੇ। ਕਿਹੜੀ ਪੁੱਠੀ ਮੱਤ ਵਿੱਚ ਲੱਗ ਗਿਓ? ਦੇਖ ਯਾਦ ਰੱਖ, ਤੂੰ ਖੁਦ ਬੰਦਗੀ ਕਰਦਾ ਨਹੀਂ, ਕੇਵਲ ਵੇਦਾਂ ਦੀਆਂ ਰੀਚਾਂ ਸੁਣਾ ਰਿਹਾ ਹੈ ਨਾ, ਗੱਲ ਨਹੀਂ ਬਣਨੀ। ਬੂਢਾ ਹੋ ਕੇ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਭਾਗੇ। ਤਾਂ ਪੰਡਿਤ ਆਖਦਾ, ਮੈਂ ਵੇਦ ਵੀ ਪੜ੍ਹ ਲਏ, ਪੁਰਾਣ ਵੀ ਪੜ੍ਹ ਲਏ, ਸਿਮਰਤੀਆਂ ਵੀ ਜਾਣਦਾ। ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਇਹ ਗੱਲ ਦੱਸ ਕਿ ਜੇ ਚੰਦਨ ਦੀਆਂ ਛੱਟਾਂ ਭਰ ਕੇ ਗਧੇ ਤੇ ਲੱਦ ਦਿੱਤੀਆਂ ਜਾਣ, ਮੈਂ ਚੰਦਨ ਨੂੰ ਤਾਂ ਬੁਰਾ ਨਹੀਂ ਆਖਦਾ, ਖੁਸ਼ਬੂਆਂ ਤਾਂ ਉਸ ਵਿੱਚ ਹਨ, ਪਰ ਗਧਾ ਲਾਭ ਹੀ ਨਹੀਂ ਲੈਂਦਾ। ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਮੈਂ ਤੇਰੀਆਂ ਕਰਤੂਤਾਂ ਦੇਖਦਾ, ਤੂੰ ਜੱਗ ਕਰਵਾਉਣਾ ਹੈ, ਜੀਵਾਂ ਦੀਆਂ ਬਲੀਆਂ ਦਿਵਾਉਣਾ ਹੈ। ਜੀ ਬੱਧੋ ਸੋ ਧਰਮ ਕਰ ਥਾਪੋ, ਇਹਨੂੰ ਧਰਮ ਆਖਦਾ ਹੈ। ਤਾਂ ਫਿਰ ਅਧਰਮ ਕੀ ਹੈ? ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਿਵਰ ਕਰ ਥਾਪੋ, ਕਾਕੋ ਕਹੋ ਕਸਾਈ। ਕੋਈ ਉਂਝ ਜੀਵ ਨੂੰ ਮਾਰਦਾ ਤੇ ਉਹ ਕਸਾਈ, ਤੂੰ ਰੱਬ ਦੇ ਨਾਂ ਤੇ ਮਾਰੇ ਤਾਂ ਉਹ ਬਲੀ। ਇਹ ਕਸਾਈ ਪੁਣਾ ਨਹੀਂ ਤਾਂ ਹੋਰ ਕੀ ਹੈ? ਮਨ ਕੇ ਅੰਧੇ ਆਪ ਨ ਬੂਝੋ, ਕਾਹੇ ਬੁਝਾਵੋ ਭਾਈ। ਮਾਇਆ ਕਾਰਨ ਵਿਦਿਆ ਵੇਚੋ, ਜਨਮ ਬਿਰਥਾ ਜਾਈ। ਬੇਕਾਰ ਨਾ ਜ਼ਿੰਦਗੀ ਨੂੰ ਗੁਆ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ ਪੁੱਛੋ ਜਾਈ। ਕਹਿ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੁੱਢੇ ਪਾਈ। ਨਹੀਂ ਤੇ ਡੁੱਬ ਜਾਓਗੇ ਜੇ ਰਮੇ ਨਾ ਉਸ ਵਿੱਚ। ਹਜ਼ਰਤ ਸੁਲਤਾਨ ਬਾਹੂ ਨੇ ਵੀ ਐਸੇ ਹੀ ਬਚਨ ਕਹੇ। ਉਸਨੇ ਲਿਖਿਆ, ਹੇ ਹਾਫਜ਼ ਹਿਫਜ਼ ਕਰ ਕਰਨ ਤਕੱਬਰ, ਮੁੱਲਾਂ ਕਰਨ ਵਡਿਆਈ ਹੂ। ਸਾਵਣ ਮਾਹ ਦੇ ਬੱਦਲਾਂ ਵਾਂਗੂ, ਫਿਰਨ ਕਿਤਾਬਾਂ ਚਾਈ ਹੂ। ਜਿੱਥੇ ਵੇਖਣ ਚੰਗਾ ਚੋਖਾ,
ਉੱਥੇ ਪੜ੍ਹਨ ਕਲਾਮ ਸਵਾਈ ਹੂ, ਉਹ ਦੋਹੀਂ ਜਹਾਨੀ ਮੁੱਠੇ ਬਾਹੂ, ਜਿਨ੍ਹਾਂ ਖਾਧੀ ਵੇਚ ਕਮਾਈ ਹੂ। ਸਾਰੇ ਸਿਆਣਿਆਂ ਦੀ ਇੱਕ ਮੱਤ ਹੈ। ਵਜੀਦ ਸਾਹਿਬ ਕਹਿੰਦੇ ਨੇ ਪੜ੍ਹ ਕਰ ਉੱਚਾ ਕੂਕੈ, ਖਲਕ ਸੁਣਾਏਂਦਾ, ਮਨ ਕੀ ਤਾਕੀ ਖੋਲ, ਨਾ ਝਾਤੀ ਪਾਏਂਦਾ, ਔਰਨ ਕੋ ਉਪਦੇਸ਼, ਨਾ ਆਪ ਵਿਚਾਰਦਾ, ਵਜੀਦਾ ਮਾਨਸ ਜਨਮ ਅਮੋਲ, ਕਿਉਂ ਜੂਏ ਹਾਰਦਾ। ਪੰਡਿਤ ਹੋ ਜਾਣਾ ਇੱਕ ਹੋਰ ਬਾਤ ਹੈ। पंडित सो जो तिहां गुणा की पंड उतारे, रजो तमो सतो तो ऊपर उठ जाए तां है। कबीर जी कहते ने ना किसे पंडित पुजारी ने काम आना है, ना किसे राजे सम्राट ने काम आना है, ना भूपति भूमियां दे जमीनां दे मालकां ने काम आना है। जमीन दी एक इंच जगह भी इन्हां दे अपने नाल नहीं जानी, तेरी की मदद करनगे। तू इन्हां दे संग रह के किधरे भटक ना जाई, बल्कि संग कर राम दे प्यारियां दा, प्रभु दे प्यारियां दा। जमीन दे मालक तां हौमै दे भरे मिलणगे। कहंदे ने हौं बंधों हौं साधों बैर, हमरी भूम कौन घालै पैर। मेरी जमीन ते कोई पैर ते रख के दिखाए, ते ये पता नहीं एक दिन तू भी जमीन दे हेठा होना है, उपर घाह जम्मिया होया होवेगा। सावधान हो। कबीर जी कहते ने भूमिपति, दुनियावी हुक्म हकूमत चलाउण वाले, इन्ना कम नहीं आउणा, आवे कौने काम। ते पंडित जिन्हां तो वधेरे खतरा है, ਉਹ ਪੁਜਾਰੀ ਸ਼੍ਰੇਣੀ ਹੈ ਕਿਸੇ ਧਰਮ ਦੀ ਹੋਵੇ। ਜੇ ਕਰਮ ਕਾਂਡ ਵਿੱਚ ਪਾਉਣ ਲੱਗ ਪਈ, ਨਿਰੰਕਾਰ ਨਾਲ ਜੋੜੇ ਤਾਂ ਪੁਜਾਰੀ ਸ਼੍ਰੇਣੀ ਸਭ ਤੋਂ ਉੱਤਮ ਹੈ। ਆਪ ਜੁੜੇ ਦੂਜੇ ਨੂੰ ਜੋੜੇ, ਇਸ ਤੋਂ ਉੱਤਮ ਕੋਈ ਵੀ ਨਹੀਂ। ਜੇ ਇਹ ਤੋੜਨ ਦਾ ਕੰਮ ਕਰਨ ਲੱਗ ਪਵੇ, ਕਰਮ ਕਾਂਡ ਵਿੱਚ ਫਸਾਉਣ ਲੱਗ ਪਵੇ, ਤਾਂ ਇਹਨਾਂ ਦੀ ਰਾਹਬਰੀ ਰਾਹਜ਼ਨੀ ਬਣ ਜਾਂਦੀ ਹੈ। कबीर जी ने आख्या है हम गोरू तुम ग्वार गुसाई, जन्म जन्म रखवारे, कबहू ना पार उतार चराए हो, कैसे खसम हमारे। पार तां कदी लगाया नहीं, ते उंज सानू गौआं आख के आप ग्वाला बनया बैठा है, गुसाई बनया बैठा है। पंडित कीता की है। एक सियाणे ने बड़ियां प्यारियां दो पंक्तियां लिखियां ने। वो आखदा है तू इधर की ना बात कर, तू इधर की ना बात कर, यह बता कि काफिला लुटा क्यों। हमें राहजनी का गम नहीं, तेरी रहबरी का सवाल है। तो पंडित रहबरी करदा करदा कई बारी राहजन बन जाता है, राह दा लुटेरा। कबीर जी कहते ने इसने कम नहीं आना। परमात्मा दे रंग विच रंगी हुई शख्सियत नाल प्रेम बना, और रंगी हुई शख्सियत दी खबर तैनू उस दे हर कर्म विचों मिलेगी। उस दे बोल कन्नी पैणगे तां हिरदे तक अमृत घुलदा जाएगा, उस दी तकनी विचों अमृत बरसेगा। उस दे संग बैठेगा तां फिजावां ही होर होणगियां, रब्बी रंग मिलेगा। पंडित तां रुक गया है तोता रटन ते, व्याकरण दे नुकते लैके बैठा होवेगा, बहस करेगा, बस हिसाबी किताबी है, इस तो परे नहीं। मैं एक कथा सुनी कि दरिया पार करन वास्ते पंडित बेड़ी विच बैठा, इकल्ला ही सी, होर सवारी कोई नहीं। मलाह सी बड़ा दरवेश आदमी, बंदगीवान, सीधा सादा, भोला पाला इंसान। पंडित तो चुप ना रहा गया, दरिया पार करना है, मलाह नाल गल छेड़ ली। आखन लगा मलाह तू दस ये बेड़ी चलाना कुछ पढ़िया लिखिया भी है या नहीं, कोई ग्रामर कोई व्याकरण का ज्ञान है किसी भाषा का। पंडित ने पंडिताई की गल करनी सी।
ਮਲਾਹ ਸਾਧੂ ਆਦਮੀ ਉਸਨੇ ਆਖਿਆ, ਪੰਡਿਤ ਜੀ ਅਨਪੜ੍ਹ ਹਾਂ, ਗੰਵਾਰ ਹਾਂ, ਮੈਨੂੰ ਵਿਆਕਰਨ ਦੇ ਨਿਯਮਾਂ ਦਾ ਕੁਝ ਨਹੀਂ ਪਤਾ, ਮੈਨੂੰ ਗ੍ਰਾਮਰ ਵਗੈਰਾ ਦਾ ਕੋਈ ਗਿਆਨ ਨਹੀਂ, ਸਧਾਰਨ ਤੌਰ ਤੇ ਇਹ ਕਿੱਤਾ ਕਰਦਾ ਹਾਂ, ਤੁਹਾਡੇ ਸਾਹਮਣੇ ਹਾਂ, ਮੁਸਾਫਰਾਂ ਨਾਲ ਗੱਲਬਾਤ ਕਰਨੀ ਹੁੰਦੀ ਏ ਓਨੀ ਕਰ ਲਈਦੀ ਹੈ, ਜ਼ਿੰਦਗੀ ਚੱਲ ਰਹੀ ਹੈ, ਖੁਦਾ ਦਾ ਸ਼ੁਕਰ ਹੈ। ਪੰਡਿਤ ਨੇ ਆਖਿਆ, ਦੇਖ ਤੇਰੀ 4 ਆਨੇ ਜ਼ਿੰਦਗੀ ਬੇਕਾਰ ਗਈ, ਰੁਪਈਏ ਵਿੱਚ 16 ਆਨੇ ਗਿਣੇ ਜਾਂਦੇ ਨੇ, 4 ਆਨੇ ਜ਼ਿੰਦਗੀ, ਚੌਥਾ ਹਿੱਸਾ ਤੇਰੀ ਜ਼ਿੰਦਗੀ ਬੇਕਾਰ ਗਈ। ਉਸਨੇ ਆਖਿਆ, ਜੀ ਪ੍ਰਮਾਤਮਾ ਦੀ ਜੈਸੀ ਮੌਜ, ਕੋਈ ਨਾਰਾਜ਼ਗੀ ਪ੍ਰਗਟ ਨਾ ਕੀਤੀ। 2 ਕੁ ਪਲ ਬਾਅਦ ਪੰਡਿਤ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਉਸਨੇ ਫਿਰ ਪੁੱਛ ਲਿਆ, ਚਲੋ ਵਿਆਕਰਨ ਤੂੰ ਨਹੀਂ ਪੜ੍ਹੀ ਨਾ ਸਹੀ, ਪਰ ਲੋਕਾਂ ਨੂੰ ਦਰਿਆਓਂ ਪਾਰ ਕਰਦਾ ਹੈ, ਉਹ ਤੈਨੂੰ ਮਜ਼ਦੂਰੀ ਦਿੰਦੇ ਨੇ, ਪੈਸੇ ਵਾਪਸ ਕਰਨੇ, ਚੇਂਜ ਵਾਪਸ ਦੇਣੀ, ਹਿਸਾਬ ਕਿਤਾਬ ਤਾਂ ਪੜ੍ਹਿਆ ਹੋਵੇਗਾ ਨਾ, ਮੈਥਮੈਟਿਕਸ ਦਾ ਕੁਝ ਪਤਾ ਹੈ, ਗੁਣਾ ਤਕਸੀਮਾਂ ਜਮ੍ਹਾਂ ਘਟਾਓ ਜਾਣਦਾ ਹੈ। ਉਸ ਦਰਵੇਸ਼ ਮਲਾਹ ਨੇ ਫਿਰ ਹੱਥ ਜੋੜੇ, ਪੰਡਿਤ ਜੀ ਮੈਨੂੰ ਕਿੱਥੇ ਗਿਆਨ ਹੈ, ਗਿਣਤੀਆਂ ਮਿਣਤੀਆਂ ਦਾ ਵੀ ਮੈਨੂੰ ਕੋਈ ਪਤਾ ਨਹੀਂ, ਮੁਸਾਫਰ ਆਉਂਦੇ ਨੇ, ਸਭ ਭਲੇ ਲੋਕ ਨੇ, ਮਜ਼ਦੂਰੀ ਜੋ ਦੇ ਜਾਂਦੇ ਨੇ ਮੈਂ ਰੱਖ ਲੈਂਦਾ, ਕਦੀ ਕੋਈ ਅੱਜ ਤੱਕ ਮੁਸ਼ਕਿਲ ਆਈ ਨਹੀਂ, ਤੇ ਪ੍ਰਮਾਤਮਾ ਕਿਰਪਾ ਰੱਖੇ ਅਗਾਂਹ ਵੀ ਨਹੀਂ ਆਉਣ ਦੇਵੇਗਾ। ਮੈਂ ਕੋਈ ਹਿਸਾਬੀ ਕਿਤਾਬੀ ਆਦਮੀ ਨਹੀਂ, ਸਿੱਧਾ ਸਾਦਾ ਅਨਪੜ੍ਹ। ਪੰਡਿਤ ਨੇ ਫਿਰ ਆਖਿਆ, ਤਾਂ ਫਿਰ ਤੇਰੀ 8 ਆਨੇ ਜ਼ਿੰਦਗੀ ਬੇਕਾਰ ਗਈ। ਉਸਨੇ ਫਿਰ ਵੀ ਆਖਿਆ, ਜੀ ਜਿਵੇਂ ਪ੍ਰਮਾਤਮਾ ਦੀ ਮੌਜ। ਇਉਂ ਗੱਲਾਂ ਕਰਦਿਆਂ ਤਕਰੀਬਨ ਬੇੜੀ ਅੱਧ ਵਿੱਚ ਪਹੁੰਚ ਗਈ ਔਰ ਜ਼ੋਰ ਦੀਆਂ ਉਛਲਾਂ ਆਉਣੀਆਂ ਸ਼ੁਰੂ ਹੋ ਗਈਆਂ। ਕਹਾਣੀ ਹੈ ਪਰ ਕੀਮਤੀ ਹੈ। ਜ਼ੋਰ ਦੀਆਂ ਉਛਲਾਂ ਨੇ ਬੇੜੀ ਨੂੰ ਕੰਬਾਉਣਾ ਸ਼ੁਰੂ ਕਰ ਦਿੱਤਾ ਤੇ ਬੇੜੀ ਹੁਣ ਡੁੱਬੀ ਕਿ ਹੁਣ ਡੁੱਬੀ, ਇਸ ਤਰ੍ਹਾਂ ਦੀ ਅਵਸਥਾ ਬਣ ਗਈ। ਮਲਾਹ ਨੇ ਆਖਿਆ, ਪੰਡਿਤ ਜੀ ਜਾਪਦਾ ਇੰਜ ਹੈ, ਬੇੜੀ ਵਿੱਚ ਛੇਕ ਹੋ ਗਏ ਨੇ, ਇਹ ਪਾਰ ਨਹੀਂ ਲੱਗ ਸਕੇਗੀ, ਖਸਤਾ ਹਾਲਤ ਹੈ, ਲਹਿਰਾਂ ਤੇਜ਼ ਨੇ, ਤੈਰਨਾ ਆਉਂਦਾ ਹੈ? ਪੰਡਿਤ ਨੇ ਆਖਿਆ, ਤੈਰਨਾ ਤਾਂ ਨਹੀਂ ਆਉਂਦਾ। ਮਲਾਹ ਆਖਣ ਲੱਗਾ, ਫਿਰ 16 ਆਨੇ ਹੀ ਜ਼ਿੰਦਗੀ ਬੇਕਾਰ ਗਈ, ਬਿਨਾਂ ਤਰਨ ਤੋਂ ਪਾਰ ਨਾ ਲੱਗ ਸਕਾਂਗੇ, ਮੈਂ ਤਾਂ ਚੱਲਿਆ। ਪੰਡਿਤ ਦਾ ਜੀਵਨ ਐਸਾ ਹੈ, ਲੋਕਾਂ ਦੀਆਂ ਜ਼ਿੰਦਗੀਆਂ ਦਾ ਹਿਸਾਬ ਕਿਤਾਬ ਕਰਦਾ ਹੈ, ਆਪਣਾ ਪਤਾ ਹੀ ਨਹੀਂ। ਕਬੀਰ ਜੀ ਕਹਿੰਦੇ ਨੇ, ਨਹੀਂ, ਜੇ ਪ੍ਰੀਤ ਬਣਾਉਣੀ ਹੈ ਧਰਮ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ ਨਾਲ ਬਣਾਈ। ਕਬੀਰ ਤਾਸਿਓਂ ਪ੍ਰੀਤ ਕਰ, ਜਾ ਕੋ ਠਾਕੁਰ ਰਾਮ, ਪੰਡਿਤ ਰਾਜੇ ਭੂਪਤੀ, ਆਵਹਿ ਕੌਣੇ ਕਾਮ। ਇਹ ਕਿਸੇ ਕੰਮ ਨਹੀਂ ਆਉਂਦੇ, ਕਿਹੜੇ ਕੰਮ ਆਉਣਗੇ? ਆਪਣਾ ਆਪਾ ਨਾ ਸਵਾਰ ਸਕੇ, ਤੇਰਾ ਕੀ ਸਵਾਰਨਗੇ। ਅੱਜ ਦਾ ਆਖਰੀ ਸ਼ਲੋਕ ਨੰਬਰ 25। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਰ ਮੁਡਾਏ। ਕਬੀਰ ਸਾਹਿਬ ਕਹਿੰਦੇ ਨੇ, ਦੁਨੀਆ ਵਾਲਾ ਹੋਰ ਸਹਿਮ ਤਾਂ ਹੀ ਦੂਰ ਹੁੰਦਾ ਹੈ ਜੇ ਇੱਕ ਪ੍ਰਮਾਤਮਾ ਨਾਲ ਪ੍ਰੀਤ ਬਣਾ ਲਈ ਜਾਏ, ਡਾਵਾਂ ਡੋਲ ਚਿੱਤ ਨਾ ਹੋਵੇ। ਜੇ ਪ੍ਰਭੂ ਨਾਲ ਪ੍ਰੀਤ ਨਹੀਂ ਬਣਾਈ, ਦੁਨੀ ਨਾਲ ਜੁੜਿਆ, ਤਾਂ ਲੱਖ ਜਟਾਵਾਂ ਰੱਖ ਤੇ ਭਾਵੇਂ ਘੋਨ ਮੋਨ ਰੋਡਾ ਮੋਡਾ ਹੋ ਜਾ, ਕੋਈ ਫਰਕ ਪੈਣ ਵਾਲਾ ਨਹੀਂ। ਕਰਮ ਕਾਂਡ ਨਾਲ ਪਰਮਾਤਮਾ ਨਹੀਂ ਮਿਲਦਾ। ਕੁਝ ਲੋਕ ਸਨ ਧਰਮ ਦੇ ਰਾਹ ਤੇ ਚੱਲਣ ਵਾਸਤੇ ਕੇਸਾਂ ਵਿੱਚ ਬੜ ਦਾ ਦੁੱਧ ਪਾ ਕੇ, ਸਵਾਹ ਮਲ ਕੇ ਜਟਾਵਾਂ ਬਣਾ ਲੈਂਦੇ, ਲੰਬੇ ਕਰ ਲੈਂਦੇ। ਬੋੜ ਦਾ ਦੁੱਧ ਪਾਓਗੇ, ਜਟਾਵਾਂ ਬਣਨਗੀਆਂ, ਵੱਡੀਆਂ ਹੋ ਜਾਣਗੀਆਂ। ਬੋੜ ਦੀਆਂ ਆਪਣੀਆਂ ਬੜੀਆਂ ਜਟਾਂ ਨੇ, ਉਹ ਕੋਈ ਭਗਤ ਹੋ ਗਿਆ ਹੈ। ਘਰ ਮੁਡਾ ਲਓਗੇ ਤਾਂ ਭੇਡ ਦੀ ਉੱਨ ਤਾਂ ਹਰ ਸਾਲ 'ਚ 2-2 ਵਾਰੀ ਉਤਾਰੀ ਜਾਂਦੀ ਹੈ। ਕਿਹੜੀ ਭੇਡ ਮੁਕਤ ਹੋ ਗਈ?
ਇਹ ਕਰਮ ਕਾਂਡ ਨਾਲ ਪ੍ਰਮਾਤਮਾ ਦੀ ਪ੍ਰਸੰਨਤਾ ਨਹੀਂ ਮਿਲਦੀ। ਕਬੀਰ ਜੀ ਨੇ ਆਖਿਆ ਹੈ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕੋਈ ਭੇਡ ਇੰਜ ਮੁਕਤ ਨਹੀਂ ਹੋ ਗਈ, ਤੂੰ ਵੀ ਨਹੀਂ ਹੋਣਾ। ਨਿਰੰਕਾਰ ਨੇ ਕੇਸ ਦਿੱਤੇ ਨੇ ਤਾਂ ਬੜ ਦਾ ਦੁੱਧ ਪਾ ਵਧਾਉਣ ਦੀ ਜ਼ਰੂਰਤ ਨਹੀਂ, ਸੰਭਾਲਣ ਦੀ ਜ਼ਰੂਰਤ ਹੈ। ਦਾਤ ਹੈ ਉਸ ਦੀ, ਘਰਰ ਮੁੰਡਾਉਣ ਦੀ ਵੀ ਕੋਈ ਜ਼ਰੂਰਤ ਨਹੀਂ। ਕਿਉਂ ਘਰਰ ਮੁੰਡਾਉਂਦਾ ਹੈ? ਘਰਰ ਮੁੰਡਾਉਣ ਤੇ ਵੀ ਗੱਲ ਮੁੱਕੀ ਨਹੀਂ। ਐਸੇ ਵੀ ਲੋਕ ਨੇ ਜੋ ਇੱਕ ਇੱਕ ਕੇਸ ਪਟਵਾ ਦਿੰਦੇ ਨੇ। ਭਾਈ ਗੁਰਦਾਸ ਜੀ ਨੇ ਆਖਿਆ ਹੈ, ਮਿਲੈ ਜੇ ਤੀਰਥ ਨਾਤਿਆਂ, ਡੱਡਾਂ ਜਲ ਵਾਸੀ, ਵਾਲ ਵਧਾਇਆ ਪਾਈਐ, ਬੜ ਜਟਾਂ ਪਲਾਸੀ, ਨੰਗੇ ਰਹਿਆਂ ਜੇ ਮਿਲੈ, ਵਣ ਮਿਰਗ ਉਦਾਸੀ, ਭਸਮ ਲਾਏ ਜੇ ਪਾਈਐ, ਖਰਖੇ ਨਿਵਾਸੀ। ਗਧਾ ਰਾਖ ਵਿੱਚ ਲੇਟਦਾ ਹੈ, ਜੇ ਸਵਾਹ ਮਲਿਆ ਰੱਬ ਮਿਲਦਾ ਗਧੇ ਨੂੰ ਪਹਿਲਾਂ ਮਿਲ ਜਾਂਦਾ। ਜੇ ਪਾਈਐ ਚੁੱਪ ਕੀਤਿਆਂ, ਪਸ਼ੂਆਂ ਜੜ ਹਾਸੀ, ਵਿਣ ਗੁਰ ਮੁਕਤ ਨ ਹੋਵਈ, ਗੁਰ ਮਿਲੇ ਖਲਾਸੀ। ਔਰ ਘਰਰ ਮੁੰਡਾਉਣਾ ਵੀ ਮੂੜਤਾ ਹੈ। ਜਾਰਜ ਬਰਨਾਰਡ ਸ਼ਾ ਸ਼ੇਵ ਕਰ ਰਿਹਾ ਸੀ ਕਿ ਉਸਦੇ ਪਾਸ ਇੱਕ ਅਣਜਾਣਾ ਬਾਲ ਗੁਆਂਢ ਤੋਂ ਆ ਗਿਆ। ਉਸਨੇ ਦੇਖਿਆ ਬਰਨਾਰਡ ਸ਼ਾ ਸ਼ੇਵ ਕਰ ਰਿਹਾ ਹੈ। ਉਸਨੇ ਆਖਿਆ, ਅੰਕਲ ਤੁਸੀਂ ਸ਼ੇਵ ਕਿਉਂ ਕਰਦੇ ਹੋ? ਸੀ ਤਾਂ ਇਹ ਫਿਲਾਸਫਰ ਅੱਗੇ। ਬੜਾ ਸੋਚਿਆ ਪਰ ਜਵਾਬ ਕੋਈ ਨਾ ਔੜਿਆ ਕਿ ਕਿਉਂ ਕਰਦਾ। ਪਰ ਇੰਨਾ ਈਮਾਨਦਾਰ ਸੀ, ਉਸੇ ਦਿਨ ਸ਼ੇਵ ਦਾ ਸਮਾਨ ਸੁੱਟ ਦਿੱਤਾ ਤੇ ਸਾਰੀ ਜ਼ਿੰਦਗੀ ਸੰਭਾਲ ਕੀਤੀ, ਸ਼ੇਵ ਨਹੀਂ। ਘਰਰ ਮੁੰਡਾਉਣ ਦੀ ਕੋਈ ਜ਼ਰੂਰਤ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਇਹ ਕਰਮ ਕਾਂਡ ਹਨ, ਚਾਹੇ ਲੰਬੇ ਕਰੋ ਚਾਹੇ ਘਰਰ ਮੁੰਡਾਓ, ਦੁਬਿਧਾ ਨਹੀਂ ਜਾਣੀ। ਜਿੰਨੀ ਦੇਰ ਦੁਬਿਧਾ ਨਾ ਗਈ ਗੱਲ ਬਣਨੀ ਨਹੀਂ। ਦੁਬਿਧਾ ਜਾਣੀਏ ਇੱਕ ਨਾਲ ਪ੍ਰੀਤ ਬਣਾਇਆ, ਉਸ ਪ੍ਰਮਾਤਮਾ ਨਾਲ ਜੁੜ ਜੀਵਨ ਸਵਾਰ ਲੈ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਿਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।